सतनाम वाहिगुरु सतनाम वाहिगुरु। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जुड़ चुके हो इस सवेर की गुरमत क्लास ਦੇ ਵਿੱਚ, ਜਿਸ ਵਿੱਚ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਬਾਣੀ ਦੇ ਬਾਰੇ ਕਿ ਕਿਹੜੇ ਭਗਤ ਕਿਹੜੇ ਗੁਰੂ ਸਾਹਿਬਾਨ ਦੀ ਭੱਟਾਂ ਦੀ ਗੁਰਸਿੱਖਾਂ ਦੀ ਬਾਣੀ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਉਹਦੇ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਹੈ ਪਿਛਲੇ ਦਿਨਾਂ ਤੋਂ ਕਰ ਰਹੇ ਸੀ। ਹੁਣ ਤੱਕ ਆਪਾਂ ਗੁਰੂ ਸਾਹਿਬਾਨਾਂ ਬਾਰੇ ਅਤੇ ਕੁਝ ਭਗਤਾਂ ਦੇ ਬਾਰੇ ਵਿਚਾਰ ਚਰਚਾ ਜੋ ਹੈ ਕਰ ਚੁੱਕੇ ਹਾਂ। ਕਰੀਬ 15 ਭਗਤ ਹਨ, ਆਪਾਂ 10 ਭਗਤਾਂ ਦੇ ਬਾਰੇ ਵਿਚਾਰ ਕਰ ਚੁੱਕੇ ਹਾਂ। ਅੱਜ ਆਪਾਂ ਅਗਲੇ 5 ਜਿਹੜੇ ਭਗਤ ਹਨ ਉਹਨਾਂ ਦੇ ਬਾਰੇ ਵਿਚਾਰ ਕਰਨੀ ਆ। ਜਿਵੇਂ ਵੀ ਹੁਕਮ ਹੋਇਆ, ਜੇਕਰ 5 ਭਗਤਾਂ ਦਾ ਜੀਵਨ ਸਮੇਂ ਦੇ ਵਿੱਚ ਹੋ ਗਿਆ ਕੰਪਲੀਟ, ਠੀਕ ਹੈ, ਨਹੀਂ ਤੇ ਆਪਾਂ ਜਿੰਨੇ ਰਹਿ ਗਏ ਉਹਨਾਂ ਦੀ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ 5 ਜਿਹੜੇ ਭਗਤ ਰਹਿ ਗਏ ਹਨ ਉਹਨਾਂ ਦਾ ਜੀਵਨ ਅੱਜ ਹੀ ਵਿਚਾਰਿਆ ਜਾਵੇ। ਸੋ ਆਪ ਸਭ ਜੁੜ ਚੁੱਕੀ ਸੰਗਤ ਦਾ ਧੰਨਵਾਦ। ਆਓ ਆਪਾਂ ਆਰੰਭ ਕਰਦੇ ਹਾਂ। ਆਪਾਂ ਅੱਜ ਸਾਧ ਸੰਗਤ ਜੋ ਜੀਵਨ ਹੈ ਉਹ ਭਗਤ ਸਧਨਾ ਜੀ ਦਾ, ਭਗਤ ਸਧਨਾ ਜੀ ਦਾ ਜਿਹੜਾ ਜੀਵਨ ਹੈ ਉਹ ਵਿਚਾਰਨਾ ਕਿ ਭਗਤ ਸਧਨਾ ਜੀ ਦਾ ਕੈਸਾ ਜੀਵਨ ਹੈ, ਕਿਵੇਂ ਭਗਤ ਸਧਨਾ ਜੀ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਕਿ ਉਹਨਾਂ ਦੇ ਬਾਰੇ ਜਿਹੜਾ ਹੈ ਕਿੰਨੀ ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਦੇ ਬਾਰੇ ਆਪਾਂ ਵਿਚਾਰ ਜਿਹੜੀ ਹੈ ਉਹ ਕਰਨੀ ਹੈ। ਸੋ ਭਗਤ ਸਧਨਾ ਜੀ ਦੇ ਜੀਵਨ ਬਾਰੇ ਮੁੱਢਲੀ ਵਿਚਾਰ ਇਸ ਤਰ੍ਹਾਂ ਹੈ ਸਾਧ ਸੰਗਤ। ਇਹਨਾਂ ਦਾ ਜਿਹੜਾ ਜਨਮ ਹੈ ਭਗਤ ਸਧਨਾ ਜੀ ਦਾ ਸਹਿਬਾਨ ਦੇ ਵਿੱਚ ਹੋਇਆ। ਇਹ ਸਿੰਧ ਇਲਾਕੇ ਦਾ ਇੱਕ ਸ਼ਹਿਰ ਹੈ ਸਹਿਬਾਨ, ਉੱਥੇ ਇਹਨਾਂ ਦਾ ਜਿਹੜਾ ਹੈ ਜਨਮ ਮੰਨਿਆ ਗਿਆ ਹੈ ਉੱਥੋਂ ਦਾ। ਤੇ ਇਹਨਾਂ ਦੇ ਸਾਧ ਸੰਗਤ ਮਾਤਾ ਪਿਤਾ ਦੇ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਹੈ ਉਹ ਨਹੀਂ ਮਿਲਦੀ। ਬਸ ਇੰਨਾ ਪਤਾ ਹੈ ਕਿ ਸਿੰਧ ਦਾ ਪ੍ਰਾਂਤ ਪਾਕਿਸਤਾਨ ਦੇ ਵਿੱਚ ਹੈ, ਪ੍ਰਾਂਤ ਸਿੰਧ। ਉੱਥੇ ਇੱਕ ਪਿੰਡ ਹੈ ਸੇਵਾ, ਉੱਥੇ ਇਹਨਾਂ ਦਾ ਜਿਹੜਾ ਉਹ ਜਨਮ ਹੋਇਆ। ਤੇ 14ਵੀਂ ਸਦੀ ਦੇ ਆਰੰਭ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਉਹ ਇਤਿਹਾਸਕਾਰ ਮੰਨਦੇ ਆ ਕਿ ਭਗਤ ਸਧਨਾ ਜੀ ਦਾ ਜਿਹੜਾ ਜਨਮ ਹੈ ਉਹ 14ਵੀਂ ਸਦੀ ਦੇ ਨੇੜੇ ਤੇੜੇ ਹੋਇਆ। ਜ਼ਿਆਦਾ ਇਹਨਾਂ ਬਾਰੇ ਜਿਹੜੀ ਆ ਉਹ ਜਾਣਕਾਰੀ ਮਾਤਾ ਪਿਤਾ ਜਾਂ ਕਿੱਥੇ ਰਹਿ ਕੀ ਇਹਨਾਂ ਦੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਹਾਂ, ਇਹਨਾਂ ਦੇ ਨਾਲ ਪ੍ਰਚਲਿਤ ਕਾਫੀ ਕਥਾਵਾਂ ਹਨ। ਕੀ ਕੀਤਾ ਸੀ ਇਹਨਾਂ ਦਾ ਕਿੱਤੇ ਦੇ ਬਾਰੇ ਜੇ ਗੱਲ ਕਰੀਏ ਤੇ ਭਗਤ ਸਧਨਾ ਜੀ ਦਾ ਜਿਹੜਾ ਕਿੱਤਾ ਹੈ ਉਹ ਕਸਾਈ ਦਾ ਹੈ। ਮੀਟ ਦਾ ਕੰਮ ਹੈ ਇਹਨਾਂ ਦਾ, ਬੱਕਰੇ ਆਦਿ ਵੱਢ ਕੇ ਤੇ ਵੇਚਣੇ, ਉਹ ਕੰਮ ਕਰਦੇ ਆ ਹਰ ਰੋਜ਼ ਭਗਤ ਸਧਨਾ ਜੀ। ਕਸਾਈ ਪੁਣੇ ਦਾ ਕੰਮ ਜਿਹੜਾ ਹੈ ਭਗਤ ਸਧਨਾ ਜੀ ਕਰਦੇ ਆ। ਤੇ ਇਹਨਾਂ ਦੇ ਨਾਲ ਜਿੰਨੀਆਂ ਕੁ ਸਾਖੀਆਂ ਪ੍ਰਚਲਿਤ ਹਨ ਉਹ ਸਾਖੀਆਂ ਵੀ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ ਕਿ ਭਗਤ ਸਧਨਾ ਜੀ ਜਿਹੜੇ ਹਨ ਉਹਨਾਂ ਦੇ ਨਾਲ ਇਹ ਸਾਖੀ ਜੁੜੀ ਹੈ ਕਿ ਇੱਕ ਵਕਤ ਜੋ ਮਸਕੀਨ ਸਾਹਿਬ ਨੇ ਸੁਣਾਈ ਸੀ ਸਾਖੀ, ਉਹ ਇਹ ਹੈ ਕਿ ਭਗਤ ਸਧਨਾ ਜੀ ਦੇ ਕੋਲ ਕੁਝ ਰਾਜੇ ਦੇ ਘਰ ਮਹਿਮਾਨ ਆਏ ਤੇ ਰਾਜੇ ਦੇ ਜਿਹੜੇ ਅਹਿਲਕਾਰ ਸਨ, ਜਿਹੜੇ ਸਿਪਾਹੀ ਸਨ, ਉਹਨਾਂ ਨੂੰ ਰਾਜੇ ਨੇ ਮੀਟ ਲੈਣ ਵਾਸਤੇ ਭੇਜਿਆ। ਤੇ ਮੀਟ ਲੈਣ ਵਾਸਤੇ ਜਦੋਂ ਗਏ ਤੇ ਰਾਤ ਕਾਫੀ ਸਮਾਂ ਹੋ ਗਿਆ ਸੀ। ਜਿੰਨਾ ਮੀਟ ਭਗਤ ਸਧਨੇ ਜੀ ਕੋਲ ਪਿਆ ਸੀ ਉਹਨਾਂ ਨੇ ਸਾਰਾ ਮੀਟ ਜਿਹੜਾ ਵੇਚ ਦਿੱਤਾ। ਤੇ ਇਹ ਹੁਣ ਅਹਿਲਕਾਰ ਆਏ ਸੀ, ਇਹਨਾਂ ਨੇ ਆਣ ਕੇ ਕਿਹਾ ਜੀ ਸਾਨੂੰ ਮੀਟ ਚਾਹੀਦਾ, ਇੰਨਾ ਮੀਟ ਚਾਹੀਦਾ। ਤੇ ਭਗਤ ਸਧਨੇ ਨੇ ਮਨ 'ਚ ਵਿਚਾਰੀ ਕਿ ਮਨਾ ਜੇ ਹੁਣ ਬੱਕਰਾ ਸਾਬਤ ਵੱਢਿਆ ਤੇ ਕੱਲ੍ਹ ਤੱਕ ਖਰਾਬ ਹੋ ਜਾਣਾ, ਤੇ ਜੇ ਮੈਂ ਇਹਨਾਂ ਨੂੰ ਇੰਝ ਕਰਦਾ ਕਿ ਇੱਕ ਲੱਤ ਜਿਹੜੀ ਹੈ ਬੱਕਰੇ ਦੀ ਵੱਢ ਕੇ ਦੇ ਦੇਵਾਂ। ਜਦੋਂ ਮਨ 'ਚ ਖਿਆਲ ਆਇਆ ਕਿ ਲੱਤ ਵੱਢ ਕੇ ਤੇ ਉਹਨੂੰ ਕੱਟ ਕੇ ਦੇ ਦੇਣਾ ਤੇ ਬਾਕੀ ਬੱਕਰਾ ਜਿਹੜਾ ਸਾਬਤ ਹੀ ਬਚਿਆ ਰਹੇਗਾ, ਤੇ ਫਿਰ ਮਨ 'ਚ ਖਿਆਲ ਆਇਆ ਕਿ ਮਨਾ ਬੱਕਰੇ ਦੀ ਲੱਤ ਵੱਢ ਦਿੱਤੀ ਤੇ ਬੱਕਰਾ ਤੇ ਰਾਤ ਸਾਰੀ ਦਰਦ ਦੇ ਨਾਲ ਤੜਫਦਾ ਰਹੇਗਾ। ਤੇ ਇਹ ਤੇ ਬੜਾ ਵੱਡਾ ਅਨਿਆਂ ਹੋਣਾ ਮੇਰੇ ਕੋਲੋਂ ਬੱਕਰੇ ਦਾ, ਜੇ ਇੱਕ ਲੱਤ ਵੱਢ ਦਿੱਤੀ ਉਹ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਹੇਗਾ, ਇਹ ਤੇ ਬੜਾ ਵੱਡਾ ਮੈਂ ਪਾਪ ਕਰ ਲੱਗਾ। ਫਿਰ ਇਸ ਤਰ੍ਹਾਂ ਸੋਚਦਿਆਂ ਮਨ 'ਚ ਇਹ ਵੀ ਵਿਚਾਰ ਆਈ ਕਿ ਮਨਾ ਹੁਣ ਤੱਕ ਤੂੰ ਕਿੰਨੇ ਕੁ ਪਾਪ ਕਰਦੇ ਇਸ ਤਰ੍ਹਾਂ ਦੇ। ਜੇ ਇੱਕ ਲੱਤ ਵੱਢੇ ਨਾਲ ਬੱਕਰੇ ਨੂੰ ਇੰਨਾ ਦੁੱਖ ਹੁੰਦਾ
ਤੇ ਜਿਹੜਾ ਉਹਦਾ ਸਿਰ ਲਾ ਦਿੰਦਾ ਤੂੰ ਹਰ ਰੋਜ਼ ਇੰਨਾ ਵੱਢਦਾ, ਛੁਰੀ ਚਲਾ ਦਿੰਦਾ ਉਹਨਾਂ ਦੇ ਉੱਤੇ, ਤੇ ਉਹ ਗੁਨਾਹਾਂ ਦਾ ਲੇਖਾ ਕਿੱਥੇ ਦਵੇਂ? ਉਹ ਵੀ ਤੇ ਪਰਮੇਸ਼ਰ ਦੇ ਅੱਗੇ ਗੁਨਾਹ ਹੀ ਹਨ, ਜੋ ਇੱਕ ਨਿਰਜੀਵ ਨੂੰ ਤੂੰ ਮਾਰਦਾ। ਇਸ ਤਰ੍ਹਾਂ ਇਹਨਾਂ ਨੇ ਸੋਚਿਆ ਹੈ, ਤੇ ਇਹਨਾਂ ਨੇ ਸੋਚ ਕੇ ਭਗਤ ਸਧਨਾ ਜੀ ਨੇ ਤੇ ਸੋਚ ਵਿਚਾਰ ਕੇ ਇਹ ਫੈਸਲਾ ਲਿਆ ਹੈ ਕਿ ਮੈਂ ਅੱਜ ਤੋਂ ਗਾਂ ਜਿਹੜਾ ਇਹ ਕਿੱਤਾ ਨਹੀਂ ਕਰੂੰਗਾ। ਇਹਨਾਂ ਨੇ ਉਹ ਕਿੱਤਾ ਛੱਡ ਦਿੱਤਾ ਹੈ। ਜਿਹੜੇ ਆਏ ਸਨ ਅਹਿਲਕਾਰ, ਉਹਨਾਂ ਨੇ ਵੀ ਸੋਚਿਆ ਕਿ ਹਾਂ ਇਹਦੇ ਮਨ 'ਚ ਗੱਲ ਵੱਜੀ ਹੈ, ਚਲੋ ਸਿਆਣੇ ਸਨ, ਉਸੇ ਤਰ੍ਹਾਂ ਵਾਪਸ ਮੁੜ ਗਏ ਤੇ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਤੋਂ ਗਾਂ ਮੈਂ ਇਹ ਕਿੱਤਾ, ਇਹ ਕੰਮ ਜਿਹੜਾ ਛੱਡਿਆ ਤੇ ਕੰਮ ਛੱਡ ਦਿੱਤਾ ਹੈ। ਤੇ ਹੁਣ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਭਗਤ ਸਧਨਾ ਇਹ ਕੰਮ ਕਰਦਾ, ਉਹਨਾਂ ਨੇ ਤੇ ਆ ਕੇ ਗੱਲ ਕਹਿਣੀ ਸੀ ਕਿ ਸਾਨੂੰ ਬੱਕਰਾ ਵੱਢ ਕੇ ਦਿਓ, ਜਿਹੜਾ ਮਿਲਦਾ ਜੀ ਸਾਨੂੰ ਮੀਟ ਚਾਹੀਦਾ ਹੈ। ਤੇ ਜਿਵੇਂ ਕੋਈ ਪਿੰਡ ਦੇ ਵਿੱਚ ਕਿਸੇ ਦੀ ਕੋਈ ਦੁਕਾਨ ਹੋਵੇ, ਬੰਦਾ ਉੱਦਾਂ ਤੁਰਿਆ ਜਾਵੇ, ਆਵਾਜ਼ ਮਾਰ ਕੇ ਹਰ ਕੋਈ ਕਹਿ ਦਿੰਦਾ ਨਾ, ਭਾਈ ਤੇਰੀ ਦੁਕਾਨ ਤੋਂ ਆਹ ਸੌਦਾ ਮਿਲ ਜੇਗਾ। ਤੇ ਇਸੇ ਤਰ੍ਹਾਂ ਜਦੋਂ ਭਗਤ ਧੰਨਾ ਗਲੀਆਂ ਦੇ ਵਿੱਚ ਫਿਰਦਾ ਹੈ ਆਪਣੇ ਪਿੰਡ ਦੇ ਵਿੱਚ, ਤੇ ਹਰ ਕੋਈ ਕਹਿ ਦਿੰਦਾ ਸਧਨੇ ਨੂੰ ਕਿ ਸਧਨਿਆ ਤੇਰੇ ਕੋਲ ਅੱਜ ਮੀਟ ਲੈਣ ਆਉਣਾ ਸ਼ਾਮ ਨੂੰ, ਤੇ ਤੂੰ ਕੱਟ ਕੇ ਦੇਈਂ। ਤੇ ਭਗਤ ਧੰਨਾ ਉਹਨਾਂ ਨੂੰ ਸਮਝਾ ਕੇ ਥੱਕ ਗਿਆ, ਭਾਈ ਮੈਂ ਜਿਹੜਾ ਆ ਇਹ ਕਾਰੋਬਾਰ ਛੱਡ ਦਿੱਤਾ। ਪਰ ਲੋਕਾਂ ਦੀ ਮਾਨਸਿਕਤਾ ਐਸੀ ਬਣੀ ਹੁੰਦੀ ਹੈ। ਫਿਰ ਕਹਿੰਦੇ ਇੱਕ ਦਿਨ ਇਹਨਾਂ ਨੇ ਆਪਣਾ ਜਿਹੜਾ ਇਲਾਕਾ ਸੀ ਉਹ ਛੱਡ ਦਿੱਤਾ, ਆਪਣਾ ਪਿੰਡ ਜਿੱਥੇ ਰਹਿੰਦੇ ਸਨ ਉਹ ਛੱਡ ਕੇ ਤੁਰੇ ਜਾਂਦੇ ਆ, ਤੇ ਜੰਗਲ ਦੇ ਵਿੱਚ ਰਾਤ ਪੈ ਗਈ ਆ, ਜਿਹੜੀ ਦੂਸਰੀ ਇਹਨਾਂ ਦੇ ਨਾਲ ਵਾਰਤਾ ਜੁੜਦੀ ਹੈ। ਰਾਤ ਪੈ ਗਈ ਰਸਤੇ ਦੇ ਵਿੱਚ, ਤੇ ਇੱਕ ਜਿਹੜਾ ਹੈ ਇਹਨਾਂ ਨੂੰ ਘਰ ਦਿਖਿਆ ਸਾਹਮਣੇ। ਉਸ ਘਰ ਦੇ ਵਿੱਚ ਗਏ ਆ, ਤੇ ਇੱਕ ਨਵਵਿਆਹੀ ਔਰਤ ਹੈ, ਨਾਲ ਉਹਦਾ ਪਤੀ। ਤੇ ਭਗਤ ਸਧਨੇ ਨੂੰ ਵੇਖਿਆ ਤੇ ਭਗਤ ਸਧਨੇ ਨੂੰ ਜਲ ਪਾਣੀ ਛਕਾਇਆ। ਤੇ ਜਦੋਂ ਪੁੱਛਿਆ ਭਾਈ ਕੌਣ, ਭਗਤ ਸਧਨੇ ਨੇ ਕਿਹਾ ਜੀ ਮੈਂ ਇਸ ਤਰ੍ਹਾਂ ਕਰਕੇ ਰਾਹੀ ਆ, ਤੇ ਮੈਂ ਅੱਗੇ ਜਾਣਾ, ਤੇ ਤੁਹਾਡਾ ਘਰ ਮੈਂ ਦੇਖਿਆ, ਤੁਹਾਡੇ ਆ ਕੇ ਬੈਠ ਗਿਆ। ਤੇ ਉਹ ਜਿਹੜੀ ਪਤਨੀ ਸੀ ਉਸ ਮਨੁੱਖ ਦੀ, ਬੰਦੇ ਦੀ, ਉਹਦੇ ਮਨ 'ਚ ਵਿਕਾਰ ਪੈਦਾ ਹੋ ਗਿਆ ਭਗਤ ਸਧਨਾ ਜੀ ਨੂੰ ਲੈ ਕੇ, ਕਿ ਭਗਤ ਸਧਨੇ ਨਾਲ ਮੈਂ ਜਿਹੜਾ ਕੁਕਰਮ ਕਰਾਂ। ਇੰਨੀ ਗੱਲ ਸੋਚੀ ਹੈ, ਤੇ ਇਹਨੇ ਭਗਤ ਸਧਨੇ ਨਾਲ ਗੱਲ ਕੀਤੀ ਹੈ ਕਿ ਬ੍ਰਹਮਚਾਰੀ ਮੈਂ ਤੇਰੇ ਨਾਲ ਇਸ ਤਰ੍ਹਾਂ ਜਿਹੜਾ ਹੈ ਉਹ ਵਿਕਾਰ ਕਮਾਉਣਾ ਚਾਹੁੰਦੀ। ਇਹਨੇ ਸਾਰੀ ਗੱਲ ਦੱਸੀ ਭਗਤ ਸਧਨੇ ਨੂੰ। ਭਗਤ ਸਧਨੇ ਨੇ ਕਿਹਾ ਕਿ ਬੀਬਾ ਮੈਂ ਤੇ ਅੱਗੇ ਬੜਾ ਪਾਪੀ ਆ, ਮੈਂ ਤੇ ਪਹਿਲਾਂ ਹੀ ਬੜੇ ਪਾਪ ਕੱਟੇ ਆ, ਤੇ ਮੈਂ ਹੁਣ ਇਹਦਾ ਲੇਖਾ ਕਿੱਥੇ ਦਊਂਗਾ, ਤੇ ਤੂੰ ਮੈਨੂੰ ਮਾਫ ਕਰ ਦੇ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਤੇਰੇ ਨਾਲ ਮੈਂ ਜਿਹੜਾ ਕਰਮ ਨਹੀਂ ਕਰ ਸਕਦਾ। ਇੰਨੀ ਗੱਲ ਸੁਣੀ ਆ, ਤੇ ਉਹਨੇ ਸੋਚਿਆ ਕਿ ਸ਼ਾਇਦ ਇਹ ਜਿਹੜਾ ਭਗਤ ਹੈ, ਇਹ ਜਿਹੜਾ ਮਨੁੱਖ ਹੈ, ਇਹ ਮੇਰੇ ਪਤੀ ਤੋਂ ਡਰਦਾ ਹੋਏਗਾ। ਉਹਨੇ ਆਪਣੇ ਨਾਲ ਘਰ ਵਾਲੇ ਨੂੰ ਮਾਰ ਦਿੱਤਾ। ਉਹ ਜਨਾਨੀ ਨੇ, ਉਸ ਔਰਤ ਨੇ ਆਪਣੇ ਘਰ ਵਾਲੇ ਨੂੰ ਮਾਰ ਦਿੱਤਾ, ਤੇ ਮਾਰ ਕੇ ਫਿਰ ਭਗਤ ਸਧਨੇ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਘਰ ਵਾਲੇ ਨੂੰ ਮਾਰ ਦਿੱਤਾ, ਇਹੋ ਤੈਨੂੰ ਸਭ ਤੋਂ ਵੱਡਾ ਡਰ ਸੀ ਕਿ ਮੇਰਾ ਜਿਹੜਾ ਘਰ ਵਾਲਾ ਤੈਨੂੰ ਕੁਛ ਨਾ ਕਵੇ, ਮੈਂ ਇਹਨੂੰ ਮਾਰ ਦਿੱਤਾ, ਤੇ ਹੁਣ ਤੂੰ ਮੇਰੇ ਨਾਲ ਕੋਈ ਕਰਮ ਕਰ। ਤੇ ਭਗਤ ਸਧਨੇ ਨੇ ਕਿਹਾ ਕਿ ਬੀਬਾ ਇਹਦੇ ਤੋਂ ਤੇ ਆਪਾਂ ਦੋਵੇਂ ਬਚ ਗਏ, ਚੱਲ ਤੂੰ ਇਹਨੂੰ ਮਾਰ ਦਿੱਤਾ, ਤੇ ਕੱਲ ਨੂੰ ਪਰਮੇਸ਼ਰ ਜਿਹੜਾ ਸਾਨੂੰ ਦੇਖ ਰਿਹਾ, ਉਹਦੇ ਅੱਗੇ ਕੀ ਜਵਾਬ ਦੇਵਾਂਗੇ। ਜਦੋਂ ਬੜਾ ਕੁਝ ਕਹਿਣ ਤੋਂ ਬਾਅਦ ਵੀ ਭਗਤ ਸਧਨਾ ਜੀ ਨਹੀਂ ਮੰਨੇ, ਉਸ ਔਰਤ ਨੇ ਜਾ ਕੇ ਰੌਲਾ ਪਾ ਕੇ ਤੇ ਉਸ ਨੇੜੇ ਦੇ ਹੋਰ ਵੀ ਘਰਾਂ ਦੇ ਲੋਕਾਂ ਨੂੰ ਇਕੱਠਿਆਂ ਕਰ ਲਿਆ ਕਿ ਇਹਨੇ ਮੇਰੇ ਨਾਲ ਕੁਕਰਮ ਕੀਤਾ, ਨਾਲੇ ਮੇਰੇ ਪਤੀ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ, ਫੜ ਕੇ ਰਾਜ ਦਰਬਾਰ 'ਚ ਪੇਸ਼ ਕੀਤਾ ਗਿਆ। ਝੂਠੀਆਂ ਜਿਹੜੀਆਂ ਉਹ ਲਾ ਕੇ ਤੌਹਮਤਾਂ ਤੇ ਭਗਤ ਸਧਨੇ ਦੇ ਦੋਵੇਂ ਹੱਥ ਕੱਟਣ ਦਾ ਜਿਹੜਾ ਸੀ ਉਹ ਹੁਕਮ ਸੁਣਾਇਆ ਗਿਆ। ਦੋਵੇਂ ਹੱਥ ਭਗਤ ਧੰਨੇ ਦੇ ਕੱਟ ਦਿੱਤੇ ਗਏ, ਜੇਲ੍ਹ 'ਚ ਸੁੱਟ ਦਿੱਤਾ ਗਿਆ। ਪਰ ਪਰਮੇਸ਼ਰ ਦੀ ਭਗਤੀ ਨਾਲ ਐਸੀ ਕਿਰਪਾ ਹੋਈ ਕਿ ਉਹ ਹੱਥ ਦੁਬਾਰਾ ਜਿਹੜੇ ਆ ਗਏ। ਫਿਰ ਰਾਜੇ ਨੂੰ ਵੀ ਅਹਿਸਾਸ ਹੋਇਆ, ਉਹਨੇ ਫਿਰ ਭਗਤ ਸਧਨਾ ਨੂੰ ਜਿਹੜਾ ਸੀ ਉਹ ਆਜ਼ਾਦ ਕਰ ਦਿੱਤਾ। ਇਸ ਤਰ੍ਹਾਂ ਭਗਤ ਸਧਨੇ ਦਾ ਜਿਹੜਾ ਜੀਵਨ ਦੇ ਨਾਲ ਇਹ ਘਟਨਾਵਾਂ ਜਿਹੜੀਆਂ ਉਹ ਰਲਦੀਆਂ। ਫਿਰ ਇਹਨਾਂ ਦਾ ਇੱਕ ਜਿਹੜਾ ਹੈ ਬੜੀ ਸੁੰਦਰ ਇਹਨਾਂ ਦਾ ਜਿਹੜਾ ਸ਼ਬਦ ਹੈ ਨਾ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੋ ਇਹਨਾਂ ਦਾ ਇੱਕ ਸ਼ਬਦ ਦਰਜ ਹੈ, ਉਹ ਸ਼ਬਦ ਕੀ ਆ, ਆਪਾਂ ਉਹ ਸ਼ਬਦ ਹੀ ਵਿਚਾਰ ਕੇ ਨਾਲ ਉਹਦੇ ਨਾਲ ਇੱਕ ਗਾਥਾ ਜੁੜਦੀ ਹੈ ਬੜੀ ਪਿਆਰੀ। ਤੇ ਉਹਦੇ ਵਿੱਚ ਅਰਦਾਸ ਕੀਤੀ ਆ, ਜਿਨ੍ਹਾਂ ਨੂੰ ਵਿਕਾਰ ਤੰਗ ਕਰਦੇ ਨੇ, ਕਾਮ ਕ੍ਰੋਧ ਲੋਭ ਹੰਕਾਰ ਵਰਗੇ, ਉਹਨਾਂ ਦੇ ਵਾਸਤੇ ਉਹ ਅਰਦਾਸ ਬਹੁਤ ਵੱਡੀ ਹੈ। ਤੇ ਜੇ ਕਿਸੇ ਨੂੰ ਇਹ ਵਿਕਾਰ ਤੰਗ ਕਰਨ ਤੇ ਉਹ ਪਰਮੇਸ਼ਰ ਅੱਗੇ ਜੇ ਅਰਦਾਸਾਂ ਕਰੇ ਨਾ, ਭਗਤ ਧੰਨਾ ਜੀ ਦਾ ਇਹ ਸ਼ਬਦ ਪੜ੍ਹ ਕੇ, ਤੇ ਜ਼ਰੂਰ ਪਰਮੇਸ਼ਰ ਉੱਤੇ ਕਿਰਪਾ ਕਰਦਾ। ਮੈਂ ਉਹ ਸ਼ਬਦ ਆਪ ਜੀ ਦੇ ਸਨਮੁਖ ਰੱਖਾਂ, ਤੇ ਫਿਰ ਉਹ ਗਾਥਾ ਕੀ ਹੈ, ਕੀ ਕਹਾਣੀ ਉਹਦੇ ਨਾਲ ਜੁੜਦੀ ਹੈ, ਉਹ ਵੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਸੋ ਭਗਤ ਸਧਨਾ ਜੀ ਦੀ ਜੋ ਬਾਣੀ ਹੈ ਆਪ ਜੀ ਦੀ ਸਕਰੀਨ ਉੱਪਰ ਇੱਕ ਸ਼ਬਦ ਹੈ। ਭਗਤ ਸਧਨਾ ਜੀ ਦੇ ਸ਼ਬਦਾਂ ਦੀ ਗਿਣਤੀ ਬਿਲਾਵਲ ਰਾਗ ਦੇ ਵਿੱਚ ਇਹਨਾਂ ਦਾ ਇੱਕ ਬੜਾ ਹੀ ਪਿਆਰਾ ਸ਼ਬਦ ਹੈ, ਤੇ ਆਪ ਜੀ ਨਾਲ ਮੈਂ ਉਹ ਸ਼ਬਦ ਜਿਹੜਾ ਹੈ ਉਹ ਸਾਂਝਾ ਕਰਾਂ। ਹਾਂਜੀ, ਭਗਤ ਸਧਨੇ ਜੀ ਦਾ ਇਹ ਸ਼ਬਦ ਆਪ ਜੀ ਦੀ ਸਕਰੀਨ ਉੱਪਰ ਹੈ।
ਰਾਗ ਬਿਲਾਵਲ ਰਾਗ ਦੇ ਵਿੱਚ ਹੈ 858 ਅੰਗ ਦੇ ਉੱਪਰ। ਬਾਣੀ ਸਦਨੇ ਕੀ ਰਾਗ ਬਿਲਾਵਲ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਨ੍ਰਿਪ ਕੰਨਿਆ ਕੇ ਕਾਰਨੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਤਵ ਗੁਣ ਕਹਾ ਜਗਤ ਗੁਰਾ, ਵਾਹਿਗੁਰੂ ਹਾਂਜੀ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੈ, ਸਿੰਘ ਸਰਣ ਕਤ ਜਾਈਐ, ਜੋ ਜੰਬ ਗਰਾਸੈ। ਰਹਾਉ ਏਕ ਬੂੰਦ ਜਲ ਕਾਰਨੇ, ਚਾਤਰਿਕ ਦੁਖ ਪਾਵੈ, ਪ੍ਰਾਣ ਗਏ ਸਾਗਰ ਮਿਲੈ, ਫੁਨ ਕਾਮ ਨ ਆਵੈ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬ੍ਰਹਮਾਵੋ, ਗੂੜ ਮੁਏ ਨੌਕਾ ਮਿਲੇ, ਕਹੋ ਕਾਹੇ ਚੜਾਵੋ। ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਦੋਰਾ। ਸੋ ਇਸ ਸ਼ਬਦ ਦੇ ਵਿੱਚ ਇੱਕ ਬੜੀ ਪਿਆਰੀ ਗਾਥਾ ਜੁੜਦੀ ਆ ਇਤਿਹਾਸਿਕ ਜੀ। ਕਹਿੰਦੇ ਕਿ ਇੱਕ ਰਾਜਾ ਸੀ ਤੇ ਉਹਦੀ ਜਿਹੜੀ ਲੜਕੀ ਸੀ ਉਹਨੇ ਕਹਿ ਦਿੱਤਾ ਕਿ ਮੈਂ ਜੇ ਵਿਆਹ ਕਰਾਉਂਗੀ ਤੇ ਵਿਸ਼ਨੂੰ ਭਗਵਾਨ ਨਾਲ ਕਰਾਉਂਗੀ, ਵਿਸ਼ਨੂੰ ਨਾਲ ਮੇਰਾ ਵਿਆਹ ਹੋਵੇ। ਤੇ ਵਿਸ਼ਨੂੰ ਨਾਲ ਵਿਆਹ ਹੋਵੇ ਨੇ ਜਿਹੜਾ ਸੀ ਉਹ ਸਾਰੇ ਰਾਜ ਦੇ ਵਿੱਚ ਢੋਰਾ ਪਿੜ ਦਿੱਤਾ ਕਿ ਭਾਈ ਵਿਸ਼ਨੂੰ ਨਾਲ ਰਾਜੇ ਦੀ ਲੜਕੀ ਜਿਹੜੀ ਵਿਆਹ ਕਰਾਉਣਾ ਚਾਹੁੰਦੀ। ਤੇ ਇੱਕ ਤਰਖਾਣ ਦੇ ਪੁੱਤਰ ਨੂੰ ਇਹ ਗੱਲ ਪਤਾ ਲੱਗੀ। ਉਹ ਤਰਖਾਣ ਦਾ ਪੁੱਤਰ ਸੀ, ਉਹਨੇ ਕੀ ਕੀਤਾ ਕਿ ਇੱਕ ਉੱਡਣ ਖਟੋਲਾ ਜਿਹਾ ਬਣਾਇਆ ਤੇ ਬੜੇ ਤਰੀਕੇ ਦੇ ਨਾਲ ਉਹਨੇ ਉਡਾ ਕੇ ਤੇ ਦੋ ਚਾਰ ਬਾਹਾਂ ਲਾ ਲਈਆਂ ਆਪਣੇ, ਜਿਵੇਂ ਵਿਸ਼ਨੂੰ ਦੀ ਹੁੰਦੀ ਹੈ ਨਾ ਦੇਵਤੇ ਦੀ ਮੂਰਤੀ ਦੇ ਪਿੱਛੇ ਦੋ ਤਿੰਨ ਬਾਹਾਂ ਲੱਗੀਆਂ ਹੁੰਦੀਆਂ, ਨਕਲੀ ਬਾਹਾਂ ਲਾ ਕੇ ਤੇ ਉਹਨੇ ਉੱਡਣ ਖਟੋਲਾ ਜਿਹਾ ਬਣਾਇਆ। ਦੋ ਤਿੰਨ ਗੇੜੇ ਉਹਨੇ ਲਾਏ ਰਾਜੇ ਦੇ ਮਹਿਲਾਂ ਦੇ ਉੱਪਰ ਦੀ, ਤੇ ਫਿਰ ਉਹਨੇ ਮਹਿਲਾਂ ਦੇ ਉੱਤੇ ਜਿਹੜਾ ਸੀ ਆਪਣਾ ਉੱਡਣ ਖਟੋਲਾ ਉਤਾਰਿਆ, ਉਤਾਰ ਕੇ ਤੇ ਅੰਦਰ ਚਲਾ ਗਿਆ। ਰਾਜੇ ਨੇ ਵੇਖਿਆ ਕਿ ਭਗਵਾਨ ਵਿਸ਼ਨੂੰ ਆਏ ਆ, ਉਹ ਨਮਸਕਾਰ ਕੀਤੀ ਹੈ ਤੇ ਆਪਣੀ ਪੁੱਤਰੀ ਦਾ ਹੱਥ ਉਹਦੇ ਹੱਥ 'ਚ ਦੇ ਦਿੱਤਾ, ਉਸ ਤਰਖਾਣ ਦੇ ਪੁੱਤਰ ਦੇ ਹੱਥ 'ਚ। ਉਸ ਤਰਖਾਣ ਨੇ ਕੀ ਕੀਤਾ ਹੈ ਕਿ ਵਿਸ਼ਨੂੰ ਸੀ, ਆਪਣੇ ਆਪ ਨੂੰ ਬਣਾਇਆ ਹੋਇਆ ਉਹਨੇ, ਤੇ ਉਹ ਉੱਥੇ ਹੀ ਰਿਹਾ। ਫਿਰ ਬੜਾ ਉਹਨੇ ਉੱਥੇ ਰਹਿ ਕੇ ਰਾਜੇ ਦੀ ਬੇਟੀ ਨਾਲ ਵਿਆਹ ਕਰ ਲਿਆ, ਸਾਰਾ ਕੁਝ ਹੋ ਗਿਆ। ਫਿਰ ਰਾਜੇ ਨੂੰ ਇੰਝ ਲੱਗਾ ਕਿ ਮੇਰੇ ਹੁਣ ਰਾਜ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਵਿਸ਼ਨੂੰ ਭਗਵਾਨ ਮੇਰਾ ਜਵਾਈ ਹੈ, ਮੈਨੂੰ ਕਾਹਦਾ ਖਤਰਾ। ਤੇ ਉਹਨੇ ਕੀ ਕੀਤਾ, ਉਹਨੇ ਆਪਣੇ ਜਿੰਨੇ ਵੀ ਸਨ ਨਾ ਐਲਕਾਰ, ਜਿੰਨੇ ਵੀ ਆਪਣੇ ਸਿਪਾਹੀ ਸਨ, ਉਹ ਸਾਰੇ ਕੰਮ ਤੋਂ ਹਟਾਤੇ, ਸਾਰੇ ਸਿਪਾਹੀਆਂ ਨੂੰ ਲਾਤਾ। ਕਹਿੰਦਾ ਹੁਣ ਜਦੋਂ ਵਿਸ਼ਨੂੰ ਭਗਵਾਨ ਮੇਰਾ ਜਵਾਈ ਬਣ ਗਿਆ, ਮੈਨੂੰ ਇਹਨਾਂ ਨੂੰ ਤਨਖਾਹ ਦੇਣ ਦੀ ਕੀ ਲੋੜ ਹੈ। ਤੇ ਜਦੋਂ ਦੂਸਰੇ ਰਾਜਾਂ ਵਾਲੇ ਨੂੰ ਪਤਾ ਲੱਗਾ ਕਿ ਇਹਨੇ ਸਾਰੇ ਸਿਪਾਹੀ ਆਪਣੇ ਹਟਾ ਲਏ ਆ ਸਰਹੱਦਾਂ ਦੇ ਉੱਤੋਂ, ਤੇ ਉਸ ਰਾਜੇ ਨੇ, ਦੂਸਰੇ ਗਵਾਂਢੀ ਰਾਜੇ ਨੇ ਹਮਲਾ ਕਰਨਾ ਚਾਹਿਆ। ਜਦੋਂ ਹਮਲੇ ਦਾ ਪਤਾ ਰਾਜੇ ਨੂੰ ਲੱਗਾ, ਰਾਜੇ ਨੇ ਇਸ ਤਰਖਾਣ ਨੂੰ ਆ ਕੇ ਬੇਨਤੀ ਕੀਤੀ, ਕਹਿੰਦਾ ਵਿਸ਼ਨੂੰ ਭਗਵਾਨ ਮੇਰੇ ਤੇ ਵਿਪਤਾ ਪੈ ਗਈ ਆ, ਤੇ ਤੁਸੀਂ ਇੰਝ ਕਰੋ ਮੇਰੀ ਰੱਖਿਆ ਕਰੋ। ਤੇ ਹੁਣ ਇਹ ਵਿਚਾਰਾ, ਇਹਨੂੰ ਕੀ ਪਤਾ, ਇਹਨੇ ਸੋਚਿਆ ਸੀ ਆਨੰਦ ਲੈ ਰਹੇ ਆ, ਪਰ ਇਸ ਤਰ੍ਹਾਂ ਦੀ ਵਿਪਤਾ ਦਾ ਇਹਨੂੰ ਪਤਾ ਨਹੀਂ ਸੀ। ਇਹਨੇ ਕਿਹਾ ਚਲੋ ਠੀਕ ਹੈ ਜੀ, ਮੈਂ ਕੁਝ ਨਾ ਕੁਝ ਕਰਦਾ। ਤੇ ਰਾਤ ਪਈ ਆ ਤੇ ਇਹ ਸੋਚੀ ਪੈ ਗਿਆ ਹੁਣ ਕਰਾਂ ਕੀ। ਹੁਣ ਰੱਬ ਜਿਹੜਾ ਪਰਮੇਸ਼ਰ ਉਹ ਗੱਲ ਹੋਰ ਹੈ, ਵਿਸ਼ਨੂੰ ਭਗਵਾਨ 'ਚ ਸ਼ਕਤੀਆਂ ਹੋਰ ਗੱਲ ਹੈ, ਪਰ ਮੈਂ ਤੇ ਕਾਮ ਇਨਸਾਨ। ਇਹਨੇ ਸੋਚਿਆ, ਬੜਾ ਸੋਚਣ ਕਰਨ ਤੋਂ ਬਾਅਦ ਇਹ ਜਾ ਕੇ ਤੇ ਇਹਨੇ ਸੋਚਿਆ ਹੁਣ ਮੈਂ ਨਾ ਡੁੱਬ ਕੇ ਮਰ ਜਾਵਾਂ, ਇਹਨੂੰ ਚੰਗਾ ਇਹ ਨਾ ਹੋਵੇ ਜੇ ਮੇਰੀ ਪੋਲ ਖੁੱਲ ਗਈ ਤੇ ਮੈਨੂੰ ਸਜ਼ਾ ਬੜੀ ਵੱਡੀ ਦੇਣੀ, ਇਹਨੇ ਰਾਜੇ ਨੇ ਦੇਣੀ ਆ, ਤੇ ਨਾਲ ਹੀ ਜਿਹੜਾ ਬਦਨਾਮੀ ਹੋਵੇਗੀ ਮੇਰੀ। ਇਹ ਚਲਾ ਗਿਆ, ਡੁੱਬਣ ਲੱਗਾ ਜਾ ਕੇ ਨਦੀ ਦੇ ਵਿੱਚ ਛਾਲ ਮਾਰ ਕੇ। ਤੇ ਕਹਿੰਦੇ ਇੰਨੇ ਚਿਰ ਨੂੰ ਜਿਹੜਾ ਵਿਸ਼ਨੂੰ ਭਗਵਾਨ ਉਹਨੇ ਉਹ ਆਇਆ ਤੇ ਉਹਨੇ ਇਹਦੀ ਬਾਂਹ ਫੜ ਲਈ, ਬਾਂਹ ਫੜ ਕੇ ਕਹਿੰਦਾ ਕਮਲਿਆ ਤੂੰ ਮੇਰਾ ਨਾਂ ਵਰਤ ਕੇ ਡੁੱਬਣ ਲੱਗਾ। ਕਹਿੰਦਾ ਜੀ ਕੀ ਗੱਲ ਹੋ ਗਈ। ਕਹਿੰਦਾ ਤੂੰ ਮੇਰਾ ਨਾਂ ਵਰਤ ਕੇ ਕੁੜੀ ਨਾਲ ਵਿਆਹ ਕਰਾ ਲਿਆ ਤੇ ਹੁਣ ਤੂੰ ਲੱਗਾ ਡੁੱਬਣ। ਜਦੋਂ ਵੇਲਾ ਆਇਆ ਤੇ ਇਹਦੇ ਵਿੱਚ ਤੇਰੀ ਨਹੀਂ ਮੇਰੀ ਬਦਨਾਮੀ ਹੋਣੀ ਆ ਕਿ ਲੈ ਵਿਸ਼ਨੂੰ ਭਗਵਾਨ ਅਖੀਰ ਵੇਲੇ ਜਿਹੜਾ ਧੋਖਾ ਦੇ ਕੇ ਭੱਜ ਗਿਆ ਰਾਜੇ ਨੂੰ, ਤੇ ਲੋਕਾਂ ਨੇ ਮੈਨੂੰ ਮੰਨਣੋਂ ਹਟ ਜਾਣਾ, ਵਿਸ਼ਨੂੰ ਨੇ ਕਿਹਾ। ਤੇ ਕਹਿੰਦਾ ਜੀ ਮਹਾਰਾਜ ਫਿਰ ਮੈਂ ਕੀ ਕਰਾਂ। ਕਹਿੰਦੇ ਤੂੰ ਜਾ ਕੇ ਰਾਜੇ ਨੂੰ ਦਿਲਾਸਾ ਦੇ, ਕੋਈ ਨਹੀਂ ਜਿਹੜਾ ਚੜ ਕੇ ਆਊਗਾ ਮੈਂ ਉਹਨੂੰ ਦੇਖ ਲਾਂਗਾ। ਫਿਰ ਉਹਨੇ ਜਿਹੜਾ ਸੀ ਰੱਖਿਆ ਕੀਤੀ ਨਾਲੇ, ਤੇ ਇਸ ਜਿਹੜਾ ਮਨੁੱਖ ਸੀ ਕਾਮਾਰਥੀ, ਜਿਹੜਾ ਕਾਮ ਦੇ ਸਵਾਰਥ ਵਿੱਚ ਰਾਜੇ ਕੋਲ ਆਇਆ ਸੀ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਜਿਹਨੇ ਭੇਖ ਬਣਾਇਆ ਸੀ ਵਿਸ਼ਨੂੰ ਦਾ। ਤੇ ਭਗਤ ਸਦਨੇ ਨੇ ਉਹ ਗੱਲ ਲਈ ਆ ਕਿ ਇਹ ਪਰਮੇਸ਼ਰ ਵਿਸ਼ਨੂੰ ਦੇ ਰੂਪ ਦੇ ਵਾਲੇ ਪਰਮੇਸ਼ਰ ਅਕਾਲ ਪੁਰਖ, ਤੂੰ ਜਿਹੜਾ ਉਸ ਇੱਕ ਨਿਰਪ ਕੰਨਿਆ ਕੇ ਤਾਰੇ ਭੇਖ ਧਾਰੀ ਜਿਹੜਾ ਮਨੁੱਖ ਆਇਆ ਸੀ, ਉਹਦੀ ਵੀ ਤੂੰ ਪੈਡ ਸਵਾਰੀ। ਕਾਮਾਰਥੀ ਭਾਵੇਂ ਉਹ ਕਾਮ ਦਾ ਸਵਾਰਥੀ ਆ ਬਣ ਕੇ ਆਇਆ, ਕਾਮ ਕਰਨ ਵਾਸਤੇ ਰਾਜੇ ਦੀ ਲੜਕੀ ਦੇ ਨਾਲ ਉਹ ਆਇਆ, ਪਰ ਫਿਰ ਵੀ ਤੂੰ ਉਹਦੀ ਪੈਡ ਸਵਾਰੀ, ਫਿਰ ਵੀ ਤੂੰ ਉਹਦੀ ਰੱਖਿਆ ਕੀਤੀ ਆ। ਤੇ ਮਹਾਰਾਜ ਮੇਰੀ ਕਿਉਂ ਨਹੀਂ ਆਪ ਦੀ ਰੱਖਿਆ ਕਰ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ। ਮਹਾਰਾਜ ਤੇਰੇ ਗੁਣਾਂ ਦਾ ਕੀ ਆ ਜੇ ਸਾਡੇ ਕਰਮ ਹੀ ਨਾ ਨਾਸ਼ ਹੋਏ। ਤੁਹਾਡਾ ਪਰਮੇਸ਼ਰ ਹੋਣ ਦਾ ਕੀ ਫਾਇਦਾ ਜੇ ਤੁਸੀਂ ਸਾਡੇ ਕਰਮ ਹੀ ਨਾ ਨਾਸ਼ ਕਰ ਸਕੋ। ਤਵ ਗੁਣ ਕਹਾ ਜਗਤ ਗੁਰਾ, ਇਹ ਜਗਤ ਦੇ ਗੁਰੂ ਪਰਮੇਸ਼ਰ
तेरा की फायदा जे साडे कर्म ही दिन खत्म होण। सिंह सरन कत जाइए जो जंब ग्रासै। महाराज फिर सिंह दे भाव शेर की शरण च जाण दा की फायदा जे उन्होंने पिछों छोटिया मोटिया जानवरां ने जंबो ग्रासे छोटे मोटे जिहड़े हिरनां ने गिद्दड़ां ने फड़ छड्डिया, छोटे मोटे लकड़ बग्गियां ने फड़ सकिया, तो फिर उन्होंने सिंह की शरण दे विच जाण दा की फायदा। भाव जे मनुख परमेश्वर जी जे तुहाडी शरण च आ जावे तो फिर जे उन्होंने काम क्रोध लोभ मोह हंकार वर्गे ये गिद्दड़ फड़ के रखी छड्डण ते उहदा फिर तुहाडा की फायदा, फिर साडा आप जी की शरण विच आया दा की फायदा। रहाओ विश्राम दे के कहते एक बूंद जल कारने चातरिक दुख पावे। एक बूंद दे करके जिहड़ा चातरिक दुख पाउंदा है, उड़दा फिरदा जगह जगह। प्राण गए सागर मिले फुल कामन आवे। पर जिहदे प्राण चले जाण मर जावे बूंद नूं तरसदा, ते जे उहनूं मगरों सागर मिल जावे मरण तो बाद उहदे किस काम दा किहे काम नहीं आ सकदा। महाराज इसे तरह जे असीं सारी उमर परमेश्वर जी तुहाडे नाम नूं तरसदे रह गए ते जदों साडी मौत हो गई फिर तुसीं सानूं मुक्ति दओ, वो साडे किस काम दी मुक्ति होई। प्राण जो थाके थिर नहीं कैसे बिरमावो। कहते प्राण जो थाके थिर नहीं कैसे बिरमावो। जिहड़े प्राण आ वो ते थिर नहीं रहने, कैसे बिरमावो कैसे किवें इन्हां नूं रोकिया जा सके। बूढ़ मुए नौका मिले काहे चढ़ाओ। कहते जे मनुख सागर च पानी च डुबदा होवे ते डुबण तो बाद जदों मर जावे फिर उहनूं नौका फिर उहनूं किश्ती मिल जावे, फिर उहदा की फायदा। फिर तो कोई फायदा नहीं ना। जे मनुख पानी च डुब रहा फिर उहनूं किश्ती मिल जावे तो फायदा है, पर जे डुब ही जावे मारी जावे पानी च डुब के फिर तो भावें उहनूं किश्ती ते बिठा लो तो भावें जहाज च बिठा लो, उहदा की फायदा। महाराज सतना जी कहते हैं कि महाराज परमेश्वर जी अकाल पुरख जी जे असीं वकारां च डुब ही गए तो फिर उस तो बाद मर ही गए विकारां च, ते फिर जे तुसीं बाद सानूं बचाओगे फिर की फायदा। मैं ना ही कछ हो नहीं किछ आए ना मोरा। महाराज परमेश्वर जी मैं नहीं आ हो नहीं मैं मेरे विच कुछ भी नहीं है, किछ आहे ना मोरा मेरा कुछ भी नहीं अपने आप दे विच। अवसर लज्जा राख लियो सदना जन तोरा। महाराज ये शरीर भी तेरा, मन भी तेरा, धन भी तेरा, सारा कुछ तेरा है। इस करके अपने दास की लज्जा अपने दास की जिहड़ी रखिया करो, लज्जा रखो, अपने बिरध की जिहड़ी राखी करनी करो। सदना जन तोरा मैं सदना आप जी का जन हाँ, आप जी का परमेश्वर जी मैं दास हाँ सेवक हाँ। सो इस तरह भगत सदना जी के नाल ये जिहड़ी आ साखियां जुड़दियां हैं। ये भी इन्हां दा जिहड़ा पावन जीवन है भगत सदना जी का। सो भगत सदना ने जिहड़ी है भगती की है परमेश्वर नूं पाउण वास्ते। बड़ा प्यारा इन्हां दा आपां जिहड़ा जीवन विचारिया है। ज़्यादा इन्हां दे बारे जिहड़ा है वो जानकारी नहीं मिलती, पर इन्ना है कि ये साखियां इन्हां दे नाल जोड़ के ये दस्सिया जाता है कि भगत सदना जी जिहड़े से वो कसाई का काम करते सन, ते कसाई का काम करके ते जिहड़ा ये अपना चलाउंदे सन कारोबार सारा, पर फिर छड्ड के ते परमेश्वर की भगती वाल हो गए। इन्हां दा एक देवरा जिहड़ा आ वो सरहंद दे विच फतेहगढ़ साहब के कोल सरहंद दे विच इन्हां दी एक यादगार बनी हुई है भगत सदना जी की। जे आप जी उत्थे जाओ सरहंद फतेहगढ़ साहब जिथे छोटे साहिबजादे की शहीदी हुई है, तो उत्थे आप जी इन्हां दे दर्शन कर सकते इन्हां दे देवरे दे। सो अगले भगत हैं भगत परमानंद जी। परमानंद जी जिहड़े भगत हैं इन्हां दे जीवन बारे भी जो कोई ज़्यादा विचार नहीं मिलती। हाँ इन्हां दे जीवन के नाल जिहड़ा इन्हां दा जन्म जिहड़ा है वो 14वीं सदी के करीब 1483 ईस्वी जिहड़ा मन्निया जाता है। कनौज महाराष्ट्र का इन्हां दा जन्म मन्निया जाता है। महाराष्ट्र का इन्हां दा जन्म मन्निया जाता है। ते स्वामी वल्लभ आचार्य उन्हां दे ये शिष्य होए आ। उन्हां दे कोलों इन्हां ने जिहड़ा है वो सिक्ख्या हासिल की है। ते इत्थे कुछ इन्हां दा जन्म जिहड़ा पिंड बारसी सोलापुर जिला भी करते हैं। भाई कान सिंह नाभा ने किया है कि सोलापुर इन्हां दा जन्म सी, महाराष्ट्र के वसनीक सन। ते इन्हां दा ये गल मन्नी जाती कि ये परमेश्वर की भगती च ऐसे लीन रहिंदे सन कि इन्हां दे जिहड़ियां अखां सन नैन हमेशा ही भिजे रहिंदे सन। हमेशा इन्हां दे अखां दे विचों जल वरसदा रहिंदा सी परमेश्वर के प्रति। ते ये संस्कृत अवधी ते हिंदी के बड़े वड्डे ज्ञानी सन ते भगत सन, कवि होए आ। ते ये जदों भगत लहर जोरां शोरां ते सी, गुरु नानक साहब, भगत कबीर, रामानंद, नामदेव जी भगत जस गा रहे सन, उस समय ही पर भगत परमानंद जी परमेश्वर का जस जिहड़ा वो गा रहे सी। इस तरह इन्हां दा जिहड़ा एक शब्द सारे राग दे विच गुरु ग्रंथ साहब जी के 1253 अंग के उपर दर्ज है, जिहदे विच उन्हां ने अपने रोजाना जीवन की विचार की है।
ਮਨੁੱਖ ਦੇ ਰੋਜ਼ਾਨਾ ਜੀਵਨ ਦੀ, ਕਿ ਕਿਸ ਤਰ੍ਹਾਂ ਸਾਰੀ ਉਮਰ ਧਰਮ ਕਰਮ ਕਰਦੇ ਰਹਿੰਦੇ ਹਾਂ ਅਸੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਸਾਡੇ ਜੀਵਨ 'ਚ ਅਸੀਂ ਫਸੇ ਰਹਿੰਦੇ ਹਾਂ। ਤੇ ਉਹਨਾਂ ਨੇ ਨਿਰਗੁਣ ਬ੍ਰਹਮ ਨੂੰ, ਇਸ ਸਰੀਰ ਦੇ ਵਿਕਾਰਾਂ ਨੂੰ ਖਤਮ ਕਰਕੇ ਆਪਣੇ ਆਪ ਦੇ ਵਿੱਚ ਮਹਿਸੂਸ ਕਰਨ ਦੀ ਗੱਲ ਕੀਤੀ ਕਿ ਭਾਈ ਆਪਣੇ ਮਨ ਦੇ ਵਿੱਚੋਂ ਪਰਮੇਸ਼ਰ ਨੂੰ ਜੇ ਪ੍ਰਾਪਤ ਕਰਨਾ ਹੈ ਤੇ ਆਪਣੇ ਮਨ ਦੇ ਵਿੱਚੋਂ ਤੁਸੀਂ ਜਿਹੜਾ ਹੈ ਉਹ ਹੰਕਾਰ ਜਿਹੜਾ ਤੱਜ ਦਿਓ, ਆਪਣੇ ਆਪ ਨੂੰ ਖਤਮ ਕਰ ਦਿਓ, ਫਿਰ ਤੁਹਾਡੇ ਵਿੱਚੋਂ ਪਰਮੇਸ਼ਰ ਜਿਹੜਾ ਉਹ ਪ੍ਰਗਟ ਹੋਵੇਗਾ। ਕਿਹੜੀ ਬਾਣੀ ਹੈ, ਕਿਹੜਾ ਸ਼ਬਦ ਹੈ, ਉਹ ਆਪਾਂ ਇਹਨਾਂ ਦੇ ਜੀਵਨ ਦੇ ਵਿੱਚ ਉਹ ਸ਼ਬਦ ਜਿਹੜਾ ਹੈ ਮੈਂ ਆਪ ਜੀ ਨਾਲ ਸਾਂਝਾ ਕਰਦੇ ਹਾਂ। ਇੱਕ ਸ਼ਬਦ ਹੈ ਇਹਨਾਂ ਦਾ ਸਾਰੰਗ ਰਾਗ ਦੇ ਵਿੱਚ, ਆਪ ਜੀ ਦੀ ਸਕਰੀਨ ਉੱਪਰ ਹੈ। ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੈ ਨਰ ਕਿਆ ਪੁਰਾਣ ਸੁਨ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੈ ਦਾਨ ਨਾ ਦੀਨਾ ਰਹਾ। ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਪਾਟ ਪਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ, ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ। ਹਿੰਸਾ ਤਉ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਸੋ ਇਹਦੇ ਵਿੱਚ ਆਪਣੇ ਸਾਰੇ ਜੀਵਨ ਦੇ ਗੱਲਾਂ ਦੱਸੀਆਂ ਕਿ ਭਾਈ ਮਨੁੱਖ ਕਾਮ ਕ੍ਰੋਧ ਤੇ ਲੋਭ ਦੇ ਵਿੱਚ ਲੱਗਾ ਰਹਿੰਦਾ, ਨਿੰਦਿਆ ਕਰਦਾ ਰਹਿੰਦਾ, ਇਹ ਛੁੱਟਦੀ ਨਹੀਂ ਹੈ। ਤੇ ਇਸੇ ਤਰ੍ਹਾਂ ਜਿਹੜਾ ਹੈ ਮਨੁੱਖ ਪ੍ਰੇਮ ਭਗਤ ਪਰਮੇਸ਼ਰ ਦੀ ਨਹੀਂ ਕਰਦਾ, ਅਪਵਾਨੀ ਭਗਤ ਅਨਪਾਵਨੀ ਭਗਤ ਨਹੀਂ ਉਪਜੀ, ਭੁੱਖਿਆ ਦਾਨ ਨਾ ਦੀਨਾ। ਨਾ ਪਰਉਪਕਾਰ ਕਰਦਾ ਨਾ ਭਗਤੀ ਕਰਦਾ, ਬਸ ਤੈ ਨਰ ਕਿਆ ਪੁਰਾਣ ਸੁਣ ਕੀਨਾ, ਤੇ ਪੁਰਾਣਾਂ ਦੀਆਂ ਕਥਾ ਸੁਣ ਸੁਣ ਕੇ ਤੇ ਵਿਚਾਰਾਂ ਦਿੰਦਾ ਰਹਿੰਦਾ, ਤੇ ਮਨ ਤੋਂ ਹਿੰਸਾ ਇਹਦੇ ਖਤਮ ਨਹੀਂ ਹੁੰਦੀ। ਤੇ ਕਹਿੰਦੇ ਆ ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਸਾਧ ਸੰਗਤ ਦੇ ਵਿੱਚ ਮਨੁੱਖ ਬੈਠ ਕੇ ਕਥਾ ਜਿਹੜੀ ਉਹ ਨਹੀਂ ਸੁਣਦਾ, ਜੇ ਸੁਣ ਲਵੇ ਤੇ ਉਹਨੂੰ ਪਰਮੇਸ਼ਰ ਪ੍ਰਾਪਤ ਹੋ ਸਕਦਾ। ਇਹ ਗੱਲ ਇਹਨਾਂ ਨੇ ਆਪਣੇ ਸਾਰੰਗ ਰਾਗ ਦੇ ਸ਼ਬਦ ਦੇ ਵਿੱਚ ਦੱਸਣਾ ਕੀਤੀ ਹੈ ਭਗਤ ਪਰਮਾਨੰਦ ਜੀ ਨੇ। ਸੋ ਇਸ ਤਰ੍ਹਾਂ ਦਾ ਭਗਤ ਪਰਮਾਨੰਦ ਜੀ ਦਾ ਜਿਹੜਾ ਉਹ ਪਾਵਨ ਜੀਵਨ ਹੈ, ਜਿਹਦੀ ਆਪਾਂ ਵਿਚਾਰ ਕੀਤੀ ਹੈ। ਹਾਂਜੀ ਵਾਹਿਗੁਰੂ। ਅਗਲੇ ਭਗਤ ਹਨ ਭਗਤ ਸੂਰਦਾਸ ਜੀ। ਭਗਤ ਸੂਰਦਾਸ ਜੀ ਦਾ ਜਿਹੜਾ ਜੀਵਨ ਹੈ, ਇਹਨਾਂ ਦਾ ਸਮਾਂ ਜਿਹੜਾ ਉਹ ਅਕਬਰ ਦਾ ਸਮਾਂ ਮੰਨਿਆ ਜਾਂਦਾ। ਅਕਬਰ ਦੇ ਰਾਜ ਦੇ ਸੰਦੀਲਾ ਜਿਹੜਾ ਰਾਜ ਸੀ, ਉੱਥੋਂ ਦੇ ਪ੍ਰਮੁੱਖ ਅਹਿਲਕਾਰ ਸਨ ਭਗਤ ਸੂਰਦਾਸ ਜੀ। ਕਾਫੀ ਪ੍ਰਸਿੱਧ ਭਗਤ ਹੋਏ ਹਨ। ਤੇ ਇਹਨਾਂ ਦਾ ਕਾਂਸੀ ਨੇੜੇ ਇਹਨਾਂ ਦਾ ਜਨਮ ਸਥਾਨ ਹੈ। 1529 ਦਾ ਇਹਨਾਂ ਦਾ ਜਨਮ ਹੈ। ਉਹ ਲਿਖਿਆ ਗਿਆ ਕਿ 1529 ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਜਾਤ ਇਹਨਾਂ ਦੀ ਬ੍ਰਾਹਮਣ ਹੈ ਤੇ ਇੱਕ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੇ ਅਕਾਲ ਚਲਾਣਾ ਵੀ ਇਹਨਾਂ ਦਾ ਕਾਂਚੀ ਉੱਤਰ ਪ੍ਰਦੇਸ਼ ਵਿੱਚ ਹੀ ਹੋਇਆ ਸੀ, ਭਗਤ ਸੂਰਦਾਸ ਜੀ ਦਾ। ਸੋ ਕਿਵੇਂ ਇਹਨਾਂ ਦਾ ਬਿਰਤਾਂਤ ਹੈ, ਇਹਨਾਂ ਦਾ ਜੀਵਨ। ਕਾਹਨ ਸਿੰਘ ਨਾਭਾ ਜੀ ਨੇ ਇਹ ਕਿਹਾ ਹੈ ਕਿ ਮਦਨ ਮੋਹਨ ਬ੍ਰਾਹਮਣ ਸੀ ਇਹਨਾਂ ਦਾ ਪਹਿਲਾ ਨਾਮ, ਭਗਤ ਸੂਰਦਾਸ ਜੀ ਦਾ। ਤੇ ਸੰਸਕ੍ਰਿਤ, ਹਿੰਦੀ ਤੇ ਫਾਰਸੀ ਦੇ ਬੜੇ ਵੱਡੇ ਵਿਦਵਾਨ ਸਨ। ਤੇ ਰਵਾਇਤ ਹੈ ਕਿ ਪਹਿਲਾਂ ਇਹ ਅਵਧ ਸੰਦੀਲ ਇਲਾਕੇ ਦੇ ਹਾਕਮ ਸਨ। ਫਿਰ ਇਹਨਾਂ ਨੇ ਵੈਰਾਗ ਧਾਰਨ ਕਰਕੇ ਪ੍ਰਭੂ ਦਾ ਸਿਮਰਨ ਕਰਨ ਲੱਗ ਪਏ। ਫਿਰ ਭਗਤ ਸੂਰਦਾਸ ਦੇ ਜਨਮ ਸਥਾਨ ਦੇ ਸਮੇਂ ਦੇ ਸੰਬੰਧ ਵਿੱਚ ਵੀ ਵਿਦਵਾਨਾਂ 'ਚ ਕਾਫੀ ਖੋਜਾਂ ਹੋਈਆਂ, ਪਰ ਮਤਭੇਦ ਜਿਹੜੇ ਉਹ ਅਜੇ ਵੀ ਬਣੇ ਹੋਏ ਆ। ਤੇ ਬਹੁਤੇ ਮਥੁਰਾ ਤੇ ਆਗਰਾ ਦੇ ਨਾਲ ਇਹਨਾਂ ਨੂੰ ਸੰਬੰਧਿਤ ਕਰਦੇ ਆ ਕਿ ਮਥੁਰਾ ਆਗਰਾ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਜਨਮ ਹੋਇਆ। ਤੇ ਇਹਨਾਂ ਦੇ ਇਹ ਆਪਣੇ ਪਿਤਾ ਦੇ ਚੌਥੇ ਪੁੱਤਰ ਸਨ। ਤੇ ਕੁਝ ਇਹਨਾਂ ਨੂੰ ਨੇਤਰਹੀਨ ਮੰਨਦੇ ਆ ਕਿ ਭਗਤ ਸੂਰਦਾਸ ਜੀ ਨੇਤਰਹੀਨ ਸਨ, ਭਾਵ ਇਹਨਾਂ ਦੀਆਂ ਅੱਖਾਂ ਨਹੀਂ ਸਨ। ਪਰ ਜਦੋਂ ਇਹਨਾਂ ਦੇ ਆਪਾਂ ਗ੍ਰੰਥ ਪੜ੍ਹਦੇ ਆ, ਇਹਨਾਂ ਦੀ ਰਚਨਾਵਾਂ ਪੜ੍ਹਦੇ ਆ, ਤੇ ਉਹ ਪਤਾ ਲੱਗਦਾ ਹੈ ਕਿ ਭਗਤ ਜੀ ਨੇ ਨੇਤਰ ਜੇ ਨਾ ਹੁੰਦੇ ਤੇ ਉਹਨਾਂ ਨੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਦੁਨੀਆ ਦੇ ਬਾਰੇ, ਉਹ ਫਿਰ ਕਿੱਥੋਂ ਆਉਂਦੇ। ਬਚਪਨ ਤੋਂ ਨੇਤਰੀ ਨਹੀਂ ਸਨ। ਹੋ ਸਕਦਾ ਹੈ ਕਿ ਜਦੋਂ ਆਪਣੇ ਅਖੀਰਲੇ ਸਮੇਂ ਆਏ ਹੋਣ, ਉਦੋਂ ਇਹਨਾਂ ਦੀਆਂ ਅੱਖਾਂ ਚਲੀਆਂ ਗਈਆਂ ਹੋਣ, ਇਹ ਗੱਲ ਵੀ ਮੰਨੀ ਜਾਂਦੀ ਹੈ। ਪਰ ਬਚਪਨ ਤੋਂ ਜਿਹੜਾ ਨੇਤਰਹੀਨ ਹੋਵੇ, ਉਹ ਫਿਰ ਕੋਈ ਉਦਾਹਰਨ ਨਹੀਂ ਦੇ ਸਕਦਾ ਸੰਸਾਰ ਦੀ। ਇਹਨਾਂ ਦੇ ਜਿਹੜੇ ਗ੍ਰੰਥ ਹਨ ਤੇ ਉਹਨਾਂ ਦੇ ਵਿੱਚ ਜਿਹੜਾ ਆ ਭਗਤ ਸੂਰਦਾਸ ਜੀ ਨੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਇਹਨਾਂ ਦੇ ਗ੍ਰੰਥ ਮਿਲਦਾ। ਸੂਰ ਸਾਗਰ ਮਿਲਦਾ ਹੈ, ਇੱਕ ਸੂਰ ਸਾਰਵਲੀ ਮਿਲਦਾ ਹੈ, ਇੱਕ ਸਾਹਿਤ ਲਹਿਰੀ ਮਿਲਦਾ ਹੈ। ਇਹ ਗ੍ਰੰਥ ਇਹਨਾਂ ਦੇ ਜੀਵਨ, ਇਹਨਾਂ ਦੇ ਰਚਨਾਵਾਂ ਦੇ ਨਾਲ ਸੰਬੰਧਿਤ ਮਿਲਦੇ ਆ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕ੍ਰਿਸ਼ਨ ਨੂੰ ਬ੍ਰਹਮ ਮੰਨ ਕੇ, ਭਗਵਾਨ ਕ੍ਰਿਸ਼ਨ ਨੂੰ ਪਰਮੇਸ਼ਰ ਦਾ ਰੂਪ ਮੰਨ ਕੇ ਤੇ ਉਹਨਾਂ ਦੀ ਜਿਹੜੀ ਹੈ ਭਗਤੀ ਕੀਤੀ ਹੈ। ਕ੍ਰਿਸ਼ਨ ਭਗਤ ਸਨ ਤੇ ਸੰਸਾਰ ਦੇ ਵਿੱਚ ਇਹਨਾਂ ਨੇ ਨਿਮਰਤਾ, ਆਤਮ ਸਮਰਪਣ ਭਾਵਨਾ, ਸੰਸਾਰ ਵਿਸ਼ਿਆਂ ਪ੍ਰਤੀ ਅਰੁਚੀ ਤੇ ਵੈਰਾਗ, ਸਵੈ ਤੁਸ਼ਤਾ
ਤੇ ਪਤਿਤ ਹੋਣ ਦਾ ਅਹਿਸਾਸ, ਇਹ ਵਿਸ਼ੇਸ਼ਤਾ ਇਹਨਾਂ ਦੇ ਵਿੱਚ ਵਿਸ਼ੇਸ਼ ਕਰਕੇ ਸਨ। ਆਪਣੇ ਆਪ ਨੂੰ ਬੜਾ ਨੀਵਾਂ ਗਿਣਦੇ ਸਨ ਤੇ ਆਪਣੇ ਆਪ ਨੂੰ ਭਗਤ ਕ੍ਰਿਸ਼ਨ ਦੇ ਸਭ ਤੋਂ ਸ੍ਰੇਸ਼ਟ ਭਗਤ ਸਮਝਦੇ ਸਨ। ਤੇ ਜਿਹੜਾ ਸੂਰ ਸਾਰਵਲੀ ਦੇ ਵਿੱਚ ਇਹਨਾਂ ਨੇ ਭਗਤ ਵਾਹਿਗੁਰੂ ਕ੍ਰਿਸ਼ਨ ਜੀ ਦੀਆਂ ਬਾਲ ਲੀਲਾ ਬਾਰੇ, ਪ੍ਰੇਮ ਲੀਲਾਵਾਂ ਬਾਰੇ ਤੇ ਉਹਨਾਂ ਦੇ ਹੋਰ ਜੀਵਨ ਦੇ ਪੜਾਵਾਂ ਬਾਰੇ ਬੜੀ ਬਰੀਕੀ ਦੇ ਨਾਲ ਜਿਹੜਾ ਹੈ ਉਹ ਸ਼ਬਦ ਲਿਖੇ ਆ। ਬੜੀ ਉਸਤਤ ਗਾਈ ਇਹਨਾਂ ਨੇ ਆਪਣੇ ਇਹਦੇ ਵਿੱਚ ਸੂਰ ਸਾਰਵਲੀ ਦੇ ਵਿੱਚ। ਤੇ ਇਹਨਾਂ ਦਾ ਜਿਹੜਾ ਇੱਕ ਹੈ ਗ੍ਰੰਥ ਸੂਰ ਸਾਗਰ, ਉਹਦੇ ਵਿੱਚ ਵੀ ਇਹਨਾਂ ਦੀਆਂ ਸਵੈ ਰਚਿਤ ਪਦ ਹਨ, ਜਿਹਦੇ ਵਿੱਚ ਇਹਨਾਂ ਨੇ ਗਾ ਕੇ ਤੇ ਭਗਤੀ ਕੀਤੀ ਆ ਕ੍ਰਿਸ਼ਨ ਜੀ ਦੀ। ਸੋ ਇਸ ਤਰ੍ਹਾਂ ਇਹਨਾਂ ਦਾ ਕਾਫੀ ਜਿਹੜਾ ਵਾਰਤਕ ਜਾਂ ਜਿਹੜੀਆਂ ਇਹਨਾਂ ਦੀਆਂ ਬ੍ਰਿਜ ਭਾਸ਼ਾ ਦੇ ਵਿੱਚ ਹੋਰ ਵੀ ਰਚਨਾਵਾਂ ਮਿਲ ਜਾਂਦੀਆਂ। ਬੜੇ ਸ੍ਰੇਸ਼ਟ ਕਵੀ ਹੋਏ ਉਸ ਸਮੇਂ ਦੇ। ਤੇ ਇਹਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੀ ਇੱਕ ਜਿਹੜੀ ਪੰਕਤੀ ਹੈ, ਸਿਰਫ 1581 ਚ ਇਹਨਾਂ ਦਾ ਦੇਹਾਂਤ ਹੁੰਦਾ ਹੈ, ਇੱਕ ਪੰਕਤੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਉਹ ਸਾਰੰਗ ਮਹੱਲਾ ਪੰਜਵਾਂ। ਫਿਰ ਗੁਰੂ ਅਰਜਨ ਦੇਵ ਜੀ ਨੇ ਉਸ ਪੰਕਤੀ ਦੇ ਅਰਥ ਦੁਬਾਰਾ ਕੀਤੀ ਆ ਕਿ ਕੀ ਕਹਿਣਾ ਚਾਹਿਆ ਭਗਤ ਸੂਰਦਾਸ ਜੀ ਨੇ ਇਸ ਇੱਕ ਪੰਕਤੀ ਦੇ ਵਿੱਚ। ਉਹ ਕਿਹੜੀ ਪੰਕਤੀ ਹੈ ਤੇ ਨਾਲ ਪੰਜਵੇਂ ਪਾਤਸ਼ਾਹ ਨੇ ਕੀ ਸ਼ਬਦ ਦਿੱਤੇ ਆ, ਉਹ ਆਪਾਂ ਵਿਚਾਰ ਦਾ ਯਤਨ ਕਰਦੇ ਹਾਂ। ਭਗਤ ਸੂਰਦਾਸ ਜੀ, ਹਾਂਜੀ, ਕਿਆ ਇੱਕ ਪੰਕਤੀ ਹੈ ਜੀ ਆਪ ਜੀ ਦੀ ਸਕਰੀਨ ਉੱਪਰ। ਛਾੜ ਮਨ ਹਰ ਵਿਮੁਖਣ ਕੋ ਸੰਗ, ਜੋ 1253 ਅੰਗ ਦੇ ਉੱਪਰ ਦਰਜ ਹੈ ਕਿ ਮੇਰੇ ਮਨ ਉਹਨਾਂ ਬੰਦਿਆਂ ਦਾ ਸਾਥ ਛੱਡ ਦੇ ਜੋ ਪਰਮਾਤਮਾ ਤੋਂ ਬੇਮੁਖ ਹਨ, ਜਿਹੜੇ ਪਰਮੇਸ਼ਰ ਨੂੰ ਸਿਮਰਦੇ ਨਹੀਂ, ਉਹਨਾਂ ਦਾ ਸੰਗ ਹੀ ਛੱਡ ਦੇ, ਉਹਨਾਂ ਦੇ ਲਾਗੇ ਨਾ ਜਾ। ਇਹ ਗੱਲ ਸਿਰਫ ਇਹਨਾਂ ਨੇ ਇੱਕ ਪੰਕਤੀ ਦੇ ਵਿੱਚ ਕਹੀ ਹੈ। ਇਹੀ ਪੰਕਤੀ ਸੂਰਦਾਸ ਜੀ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ। ਅੱਗੇ ਫਿਰ ਇਹਨੂੰ ਇੱਕ ਪੂਰੇ ਸ਼ਬਦ ਦਾ ਦਰਜਾ ਦਿੱਤਾ ਗਿਆ ਹੈ। ਜਦੋਂ ਗਿਣਤੀ ਹੁੰਦੀ ਹੈ ਨਾ, ਤੇ ਉਦੋਂ ਇਸ ਪੰਕਤੀ ਨੂੰ ਪੂਰੇ ਇੱਕ ਸ਼ਬਦ ਦਾ ਦਰਜਾ ਜਿਹੜਾ ਮਿਲਿਆ ਹੈ। ਸੋ ਉਸ ਤੋਂ ਅੱਗੇ ਆ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਜੋ ਇਸੇ ਹੀ ਪੰਕਤੀ ਦੇ ਹੇਠਾਂ ਲਿਖਿਆ ਹੋਇਆ। ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਸਿਰਲੇਖ ਸੂਰਦਾਸ ਤਾਂ ਲਿਖਿਆ ਹੈ ਕਿ ਇਹ ਸੂਰਦਾਸ ਜੀ ਦੀ ਜੋ ਪੰਕਤੀ ਹੈ, ਛਾੜ ਮਨ ਹਰ ਵਿਮੁਖਨ ਕੋ ਸੰਗ, ਉਹਦੀ ਵਿਆਖਿਆ ਜਿਹੜੀ ਆ ਇਹ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਆ ਕਿ ਅਸਲ ਦੇ ਵਿੱਚ ਸੂਰਦਾਸ ਭਗਤ ਜੀ ਕਹਿਣਾ ਕੀ ਚਾਹੁੰਦੇ ਇਸ ਪੰਕਤੀ ਦੇ ਵਿੱਚ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਕੇ ਸੰਗ ਵਸੇ ਹਰ ਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਅਨੰਦ ਸਹਿਜ ਤੁਨ ਝੋਕ ਰਹਾਓ, ਦਰਸ਼ਨ ਪੇਕ ਭਏ ਨਿਰਭਿਖਈ ਪਾਏ ਹੈ ਸਗਲੇ ਥੋਕ, ਆਣ ਵਸਤ ਸਿਉ ਕਾਜ ਨ ਕਛੂ ਹੈ ਸੁੰਦਰ ਬਦਨ ਅਲੋਕ, ਸਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਟੀ ਤਨ ਜੋਗ, ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ। ਸੋ ਇਹ ਗੱਲ ਦੇਖੋ, ਇਸ ਸ਼ਬਦ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ, ਸਿਆਮ ਸੁੰਦਰ ਤਜ ਆਨ ਜੋ ਚਾਹਤ, ਕਿ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਹੋਰ ਨਾਲੋਂ ਛੱਡ ਮਨ ਹਰ ਵਿਮੁਖਣ ਕੋ ਸੰਗ, ਜਿਹੜੇ ਪਰਮੇਸ਼ਰ ਸਿਆਮ ਸੁੰਦਰ ਪਰਮੇਸ਼ਰ ਨੂੰ ਤਜ ਕੇ ਛੱਡ ਕੇ ਆਣ ਜੋ ਚਾਹਤ ਜਿਉ ਕੁਸ਼ਟੀ ਤਨ ਜੋਗ। ਕਹਿੰਦੇ ਆ ਕਿ ਜਿਹੜੇ ਮਨੁੱਖ ਪਰਮੇਸ਼ਰ ਨੂੰ ਛੱਡ ਕੇ ਆਣ ਜੋ ਚਾਹਤ ਦੂਸਰੇ ਪਾਸੇ ਜੁੜ ਜਾਂਦੇ ਆ, ਉਹਨਾਂ ਕੁਸ਼ਟੀ ਤਨ ਜੋਗ, ਉਹ ਜੋਕਾਂ ਵਰਗੇ ਹਨ। ਕੁਸ਼ਟੀ ਉਹਨਾਂ ਦੇ ਤਨ ਦੇ ਉੱਤੇ ਕੁਸ਼ਟ ਰੋਗ ਹੈ। ਸੋ ਇਹਨਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਆਣ ਵਸਤ ਸਿਉ ਕਾਜ ਨਾ ਕਛੂ ਹੈ। ਵੇਖੋ, ਆਣ ਵਸਤ ਦਾ ਅਰਥ ਹੁੰਦਾ ਕਿ ਹੋਰਾਂ ਵਸਤੂਆਂ ਵੱਲ ਪਰਮੇਸ਼ਰ ਨੂੰ ਛੱਡ ਕੇ, ਸੁੰਦਰ ਬਦਨ ਅਲੋਕ, ਕਿ ਹੋਰਾਂ ਵਸਤੂਆਂ ਵੱਲ ਮੈਂ ਨਹੀਂ ਜਾਂਦਾ। ਮਤਲਬ ਹਰ ਬੇਮੁਖਣ ਕੋ ਛੱਡਣ ਵਾਸਤੇ ਭਗਤ ਸੂਰਦਾਸ ਜੀ ਨੇ ਆਪਣੀ ਉਸੇ ਇੱਕ ਪੰਕਤੀ ਵਿੱਚ ਕਿਹਾ, ਜਿਹਦੀ ਵਿਆਖਿਆ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਕੀਤੀ ਹੈ। ਸੋ ਇਹ ਭਗਤ ਸੂਰਦਾਸ ਜੀ ਦਾ ਜਿਹੜਾ ਸੀ ਉਹ ਜੀਵਨ ਹੈ, ਤੇ ਉਹਨਾਂ ਦੀਆਂ ਹੋਰ ਵੀ ਰਚਨਾਵਾਂ ਮਿਲ ਜਾਂਦੀਆਂ, ਪਰ ਇਹ ਪੰਕਤੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ, ਜਿਹਦੇ ਵਿੱਚ ਨਿਰਗੁਣ ਭਗਤੀ ਦਾ ਸ੍ਰੇਸ਼ਟ ਵਚਨ ਹੈ ਕਿ ਭਾਈ ਮਨੁੱਖ ਤੂੰ ਪਰਮੇਸ਼ਰ ਨੂੰ ਭਜ, ਤੂੰ ਹੋਰ ਪਾਸੇ ਨਾ ਜਾ, ਹੋਰ ਬੇਮੁਖਾਂ ਦਾ ਸੰਗ ਜਿਹੜਾ ਉਹ ਛੱਡ ਦੇ। ਤਾਂ ਇੱਕੋ ਪੰਕਤੀ ਸੂਰਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਗਲੀ ਜਿਹੜੀ ਆਪਾਂ ਬਾਣੀ ਦੀ ਗੱਲ ਕਰਨੀ ਹੈ, ਉਹ ਭਗਤ ਬੇਣੀ ਜੀ। ਭਗਤ ਬੇਣੀ ਜੀ ਦਾ ਅਸਲੀ ਨਾਮ ਸੀ ਬ੍ਰਹਮਬਾਦ ਬੇਣੀ, ਤੇ ਇਹਨਾਂ ਦਾ ਜਿਹੜਾ ਜਨਮ ਹੈ ਉਹ 11ਵੀਂ ਸਦੀ ਦੇ ਆਸ-ਪਾਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। 1390 ਬਿਕਰਮੀ ਮਤਲਬ 1333 ਈਸਵੀ ਇਹਨਾਂ ਦਾ ਜਨਮ ਮੰਨਿਆ ਜਾਂਦਾ ਹੈ ਭਗਤ ਬੇਣੀ ਜੀ ਦਾ, 1333 ਦਾ। ਤੇ 15ਵੀਂ ਸਦੀ ਦੇ ਜਿਹੜਾ ਇਹ ਵੀ ਮੰਨਿਆ ਜਾਂਦਾ ਇਹਨਾਂ ਦੀ ਜਨਮ ਤਰੀਕ। ਫਿਰ ਪਿੰਡ ਅਸਨੀ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ, ਪਿੰਡ ਅਸਨੀ।
मध्य प्रदेश ਦੇ ਵਿੱਚ ਇੱਕ ਗਰੀਬ ਬ੍ਰਾਹਮਣ ਦੇ ਘਰ ਇਹਨਾਂ ਦਾ ਜਿਹੜਾ ਜਨਮ ਹੋਇਆ ਹੈ ਤੇ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਰਾਗਾਂ ਦੇ ਵਿੱਚ ਇਹਨਾਂ ਦੇ ਸ਼ਬਦ ਦਰਜ ਹਨ। ਤੇ ਮੈਕਾਲਫ ਨੇ ਵੀ ਇਹੀ ਗੱਲ ਲਿਖੀ ਹੈ ਕਿ 13ਵੀਂ ਸਦੀ ਦੇ ਅਖੀਰ ਦਾ ਭਗਤ ਬੇਣੀ ਜੀ ਦਾ ਜਿਹੜਾ ਉਹ ਜਨਮ ਹੈ। ਬਚਪਨ ਦੇ ਵਿੱਚ ਹੀ ਬਾਲ ਅਵਸਥਾ 'ਚ ਹੀ ਇਹ ਵੈਰਾਗੀ ਸਨ, ਆਪਣੇ ਅੰਦਰ ਦਇਆ ਹਲੀਮੀ ਪ੍ਰੇਮ ਭਾਵ ਰੱਖਦੇ ਸਨ। ਤੇ ਇੱਕ ਵਾਰੀ ਮ੍ਰਿਤਕ ਨੂੰ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਰਾਗ ਆਇਆ ਤੇ ਪਰਮੇਸ਼ਰ ਨੂੰ ਇਹ ਜਪਣ ਲੱਗ ਪਏ। ਤੇ ਫਿਰ ਇਹਨਾਂ ਨੇ ਇੱਕ ਜੋਗੀ ਦੇ ਚਰਨ ਫੜੇ ਆ ਤੇ ਜੋਗੀ ਨੇ ਇਹਨੂੰ ਯੋਗ ਵਿਦਿਆ ਸਿਖਾਈ ਆ, ਪਰ ਮਨ ਜਿਹੜਾ ਸੀ ਉਹ ਪਰਮੇਸ਼ਰ ਭਗਤੀ ਵੱਲ ਜਾਣਾ ਚਾਹੁੰਦਾ ਸੀ। ਜੋਗੀ ਕੋਲੋਂ ਯੋਗ ਭਗਤੀ ਸਿੱਖੀ ਆ ਪਰ ਗੱਲ ਨਹੀਂ ਬਣੀ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਕਰਮਕਾਂਡ ਸਨ ਬ੍ਰਾਹਮਣ ਲੋਕਾਂ ਦੇ ਉਹ ਛੱਡ ਦਿੱਤੇ ਆ ਤੇ ਉਹ ਜਿਹੜੇ ਬ੍ਰਾਹਮਣ ਕਰਮਕਾਂਡ ਕਰਦੇ ਸਨ ਉਹਨਾਂ ਦੇ ਤੇ ਇਹਨਾਂ ਨੇ ਤਿੱਖੀ ਚੋਟ ਮਾਰੀ ਆ। ਉਹਨਾਂ ਨੂੰ ਕਿਹਾ ਕਿ ਤੁਸੀਂ ਭਟਕ ਰਹੇ ਹੋ, ਕਿਸੇ ਸਿੱਧੇ ਪਾਸੇ ਪਰਮੇਸ਼ਰ ਦੀ ਭਗਤੀ ਕਰੋ। ਤੇ ਇਹ ਵੀ ਮੰਨਿਆ ਜਾਂਦਾ ਹੈ ਜੋ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਲਿਖਿਆ ਕਿ ਇਹ ਇਕਾਂਤ ਵਿੱਚ ਬੈਠ ਕੇ ਭਗਤੀ ਕਰਿਆ ਕਰਦੇ ਸਨ। ਤੇ ਜਦੋਂ ਘਰ ਜਾਇਆ ਕਰਨਾ ਤੇ ਘਰ ਜਾ ਕੇ ਇਹਨਾਂ ਨੇ ਆਪਣੀ ਪਤਨੀ ਨੂੰ ਕਹਿਣਾ, ਪਤਨੀ ਨੇ ਪੁੱਛਣਾ ਕਿੱਥੋਂ ਆਏ ਹੋ, ਤੇ ਇਹਨਾਂ ਕਹਿਣਾ ਕਿ ਮੈਂ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰਨ ਜਾਣਾ ਤੇ ਰਾਜੇ ਦੇ ਦਰਬਾਰ 'ਚ ਕਥਾ ਕਰਨ ਕੇ ਤੇ ਫਿਰ ਆਉਣਾ ਵਾ, ਤਾਂ ਕਰਕੇ ਮੈਂ ਜਿਹੜਾ ਮੈਨੂੰ ਲੇਟ ਹੋ ਜਾਣਾ। ਤੇ ਜਦ ਪਤਨੀ ਨੇ ਕਹਿਣਾ ਕਿ ਜੇ ਰਾਜੇ ਦੇ ਦਰਬਾਰ 'ਚ ਕਥਾ ਕਰਦੇ ਹੋ ਤੇ ਕੁਝ ਖਾਣ ਨੂੰ ਕਿਉਂ ਨਹੀਂ ਲੈ ਕੇ ਆਉਂਦੇ, ਘਰ 'ਚ ਨਿਆਣੇ ਭੁੱਖੇ ਮਰਦੇ, ਤੁਸੀਂ ਕੁਝ ਖਾਣ ਪੀਣ ਨੂੰ ਵੀ ਲੈ ਕੇ ਆਇਆ ਕਰੋ। ਉਸ ਸਮੇਂ ਫਿਰ ਇਹਨਾਂ ਨੇ ਕਿਹਾ ਕਿ ਕੋਈ ਨਹੀਂ, ਆਲ ਮਟੋਲਾ ਲਾਈ ਰੱਖਣਾ, ਕੋਈ ਨਹੀਂ ਮੈਂ ਲੈ ਕੇ ਆਵਾਂਗਾ। ਇਸ ਤਰ੍ਹਾਂ ਜਿਹੜਾ ਸਮਾਂ ਬੀਤਦਾ ਗਿਆ। ਫਿਰ ਪਰਮੇਸ਼ਰ ਨੇ ਇੱਕ ਦਿਨ ਚਮਤਕਾਰ ਵਿਖਾਇਆ ਕਿ ਉਹ ਰਾਜੇ ਦਾ ਰੂਪ ਧਾਰਨ ਕਰਕੇ ਅਕਾਲ ਪੁਰਖ ਇਹਨਾਂ ਦੇ ਘਰ ਸਾਰੀਆਂ ਵਸਤੂਆਂ ਦੇ ਗਏ, ਕਿਉਂਕਿ ਪਰਮੇਸ਼ਰ ਦੀ ਭਗਤੀ 'ਚ ਰੰਗੇ ਹੋਏ ਸਨ। ਇਸ ਕਰਕੇ ਪਰਮੇਸ਼ਰ ਨੇ ਜਿਹੜੀ ਦਇਆ ਕੀਤੀ, ਇਹਨਾਂ ਦੇ ਘਰ ਸਾਰੀਆਂ ਵਸਤੂਆਂ ਜਿਹੜੀਆਂ ਭੇਜ ਦਿੱਤੀਆਂ। ਆਪ ਚੱਲ ਕੇ ਆਏ, ਨਾਲੇ ਇਹਨਾਂ ਦੇ ਪਰਿਵਾਰ ਨੂੰ ਦਰਸ਼ਨ ਦਿੱਤੇ ਰਾਜੇ ਦੇ ਰੂਪ ਦੇ ਵਿੱਚ, ਤੇ ਨਾਲੇ ਇਹਨਾਂ ਨੂੰ ਜਿਹੜਾ ਸੀ ਉਹ ਭਗਤ ਬੇਣੀ ਨੂੰ ਦਰਸ਼ਨ ਦਿੱਤੇ। ਤੇ ਉਹ ਕਿਵੇਂ ਪ੍ਰਸੰਗ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰਮੁਖ ਬੇਣੀ ਭਗਤ ਕਰ ਜਾਏ ਕਾਂਤ ਬਹਿ ਲਿਵ ਲਾਵੈ, ਕਰਮ ਕਰੇ ਅਧਿਆਤਮੀ ਹੋਰ ਸ ਕਿਸੇ ਨਾ ਅਲਖ ਲਿਖਾਵੈ। ਘਰ ਆਇਆ ਜਾਂ ਪੁੱਛੀਐ ਰਾਜ ਦੁਆਰ ਗਿਆ ਅਲਾਵੈ, ਘਰ ਆਉਂਦੇ ਨੂੰ ਘਰ ਦੀ ਪੁੱਛਦੀ ਹੈ ਤੇ ਕਹਿੰਦਾ ਮੈਂ ਰਾਜ ਦੁਆਰੇ ਕਥਾ ਕਰਨ ਗਿਆ ਸੀ। ਘਰ ਸਭ ਵਸਤੂ ਮੰਗੀਆਂ ਵੱਲ ਛਲ ਕਰਕੇ ਝੱਥ ਲੰਘਾਵੇ, ਜਦੋਂ ਕਹਿੰਦੀ ਆ ਵੀ ਘਰ 'ਚ ਵਸਤੂਆਂ ਖਤਮ ਹੋਈਆਂ, ਕੁਝ ਨਾ ਕੁਝ ਲੈ ਆਇਆ ਕਰ, ਤੇ ਇਹ ਵੱਲ ਛਲ ਕਰਕੇ ਉਹਨਾਂ ਨੂੰ ਟਾਈਮ ਟਪਾਈ ਜਾਂਦੇ ਆ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੇ। ਇੱਕ ਦਿਨ ਵੱਡਾ ਹੀ ਕੋਈ ਵਰਤਾਰਾ ਵਰਤਿਆ ਕਿ ਪਰਮੇਸ਼ਰ ਜਿਹੜਾ ਆਪ ਇਹਨਾਂ ਦੇ ਘਰ ਚੱਲ ਕੇ ਆਇਆ। ਪੈਜ ਸਵਾਰੇ ਭਗਤ ਦੀ ਰਾਜਾ ਹੋਈ ਕੇ ਘਰ ਚੱਲ ਆਵੇ। ਪਰਮੇਸ਼ਰ ਆਪ ਰਾਜਾ ਬਣ ਕੇ ਇਹਨਾਂ ਦੇ ਘਰ ਆਇਆ ਹੈ ਤੇ ਦਰਸ਼ਨ ਦਿੱਤੇ ਆ। ਦੇ ਦਿਲਾਸਾ ਤੁਸ ਕਹਿ ਅਣ ਗਣੜੀ ਖਰਚੀ ਪਹੁੰਚਾਏ, ਤੇ ਸਾਰਾ ਕੁਝ ਲਿਆ ਕੇ ਦਿਲਾਸਾ ਦੇ ਕੇ ਭਗਤ ਨੇ ਦਿੱਤਾ। ਆਥੋਂ ਆਇਆ ਭਗਤ ਪਾਸ ਦਇਆਲ ਹੇਤ ਉਪਜਾ ਹੋਏ, ਦਇਆਲ ਹੇਤ ਉਪਜਾਵੇ। ਤੇ ਫਿਰ ਭਗਤ ਜੀ ਜਦੋਂ ਪਰਮੇਸ਼ਰ ਦੀ ਜਿਸ ਜਗ੍ਹਾ ਤੇ ਉੱਥੇ ਭਗਤੀ ਕਰਦੇ ਸੀ ਉੱਥੇ ਪਹੁੰਚ ਕੇ ਆਣ ਕੇ ਤੇ ਨਾਲੇ ਦਰਸ਼ਨ ਦਿੱਤੇ ਆ ਤੇ ਨਾਲੇ ਕਿਹਾ ਕਿ ਤੂੰ ਮੇਰਾ ਬਹੁਤ ਵੱਡਾ ਭਗਤ ਹੈ, ਭਗਤ ਜਨਾਂ ਜੈਕਾਰ ਕਰਾਵੇ। ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਭਗਤ ਜਨਾਂ ਦਾ ਜਿਹੜਾ ਹੈ ਜੈਕਾਰ ਪਰਮੇਸ਼ਰ ਆਪ ਕਰਾਉਂਦਾ ਜਗਤ ਦੇ ਵਿੱਚ। ਸੋ ਕੀ ਨੇ ਇਹਨਾਂ ਨੇ, ਜਿਵੇਂ ਆਪਾਂ ਗੱਲ ਕੀਤੀ ਕਿ ਜੋਗ ਮਤ ਦੇ ਨਾਲ ਬਹੁਤ ਸੰਬੰਧ ਰੱਖਦੇ ਸਨ, ਤੇ ਜੋਗ ਮਤ ਦੀਆਂ ਉਦਾਹਰਨਾਂ ਵੀ ਇਹਨਾਂ ਨੇ ਆਪਣੀ ਬਾਣੀ 'ਚ ਲਈਆਂ। ਏੜਾ ਪਿੰਗਲਾ ਔਰ ਸੁਖਮਨਾ ਤੀਨ ਵਸੇ ਇੱਕ ਠਾਈ, ਬੇੜੀ ਸੰਗਮ ਤੇ ਪਰਾਗਮਨ ਸਮਝ ਕਰੇ ਤਿਥਾਈ। ਇਸ ਤਰ੍ਹਾਂ ਕਰਕੇ ਹੋਰ ਵੀ ਇਹਨਾਂ ਨੇ ਗੱਲਾਂ ਦੱਸੀਆਂ ਕਿ ਉਪਜੈ ਗਿਆਨ ਦੁਰਮਤ ਸੀਜੈ, ਅੰਮ੍ਰਿਤ ਰਸ ਗ੍ਰੰਥਰ ਭੀਜੈ, ਏਕ ਕਲਾ ਜੋ ਜਾਣੇ ਭਿਓ ਤਿਸੈ ਤਾਜ ਪਰਮ ਗੁਰਦੇਵ। ਦਸਮ ਦੁਆਰੇ ਦੀ ਗੱਲ ਵੀ ਕੀਤੀ ਹੈ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਇਸ ਤਰ੍ਹਾਂ ਇਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕੀਤੀ ਆ। ਮਸਤਕ ਪਦਮ ਦੁਆਲੇ ਮਨੀ। ਸੋ ਆਪਾਂ ਕੀ ਹੈ ਇਹਨਾਂ ਦੀ ਬਾਣੀ ਉਹਦੇ ਬਾਰੇ ਵਿਚਾਰ ਕਰਕੇ ਅੱਗੇ ਚੱਲਦੇ ਹਾਂ। ਤਿੰਨ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇ ਦਰਜ ਹਨ ਭਗਤ ਬੇਣੀ ਜੀ ਦੇ। ਉਹ ਕਿਹੜੇ ਤਿੰਨ ਸ਼ਬਦ ਹਨ? ਇਹ ਪਹਿਲਾ ਹੈ ਸ੍ਰੀ ਰਾਗ ਦੇ ਵਿੱਚ ਬੇਣੀ ਜੀਓ ਕੀ ਬਾਣੀ, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆ ਕੇ ਘਰ ਗਾਵਣਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜਾ ਸ਼ਬਦ ਲਿਖਿਆ ਨਾ ਪਹਿਰਿਆ ਕਹਿ ਘਰ ਗਾਵਣਾ, ਇਹ ਪਹਿਰੇ ਲਿਖੇ ਆ ਧੰਨ ਗੁਰੂ ਰਾਮਦਾਸ ਜੀ ਨੇ, ਚੌਥੇ ਪਾਤਸ਼ਾਹ ਜੀ ਨੇ। ਤੇ ਉਹ ਪਹਿਰਿਆਂ ਦੀ ਜਿਹੜੀ ਟਿਊਨ ਆ ਉਸ ਟਿਊਨ ਦੇ ਉੱਪਰ ਗਾਉਣ ਵਾਸਤੇ ਕਿਹਾ ਗਿਆ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਭਾਈ ਉਸ ਟਿਊਨ ਦੇ ਵਿੱਚ ਇਸ ਸ਼ਬਦ ਨੂੰ ਪੜ੍ਹਨਾ ਹੈ। ਇਹ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ, ਗਰਭ
रे नर गर्भ कुंडल जब आष्ट उर्द ध्यान लिव लागा। मृतक पिंड पद मद न अहनस एक अज्ञान सुनागा। ते दिन संभल कपट महादुख अब चित अधिक पसारिया। गर्भ छोड़ मृत मंडल आया तो नरहर मनो विसारिया। फिर पछताहेगा मूढ़िया तू कवण कुमत भ्रम लागा। चेत राम नाहि जमपुर जाहेगा मन विचरै अनराधा रहाओ। ਇਹ ਆਪਾਂ ਰਹਾਉ ਦਾ ਇਕੱਲਾ ਹੀ ਬੰਦ ਵਿਚਾਰਾਂਗੇ, ਕਾਫੀ ਵੱਡਾ ਸ਼ਬਦ ਹੈ। ਕਹਿੰਦੇ ਕਿ ਫਿਰ ਪਛਤਾਵੇਂਗਾ ਮੂੜਿਆ, ਫਿਰ ਪਛਤਾਉਣਾ ਪਏਗਾ। ਕਵਣ ਤੂੰ ਕਵਣ ਕੁਮਤ ਭਰਮ ਲੱਗਾ, ਕਿਹੜੇ ਭਰਮਾਂ ਦੇ ਵਿੱਚ ਲੱਗਾ ਹੋਇਆ ਹੈ। ਚੇਤ ਰਾਮ ਪਰਮੇਸ਼ਰ ਨੂੰ ਸਿਮਰ, ਨਾ ਹੀ ਜਮਪੁਰ ਜਾਹੇਗਾ, ਫਿਰ ਤੈਨੂੰ ਜਮਾਂ ਦੀ ਪੁਰੀ 'ਚ ਨਹੀਂ ਜਾਣਾ ਪਵੇਗਾ। ਜਨ ਵਿਚਰੇ ਅਨੁਰਾਗਾ, ਜੇ ਤੂੰ ਪਰਮੇਸ਼ਰ ਨੂੰ ਪਿਆਰ ਦੇ ਨਾਲ ਉਹਦੀ ਆਰਾਧਨਾ ਕਰੇ। ਜਨ ਵਿਚਰੇ ਅਨੁਰਾਧਾ, ਜੇ ਉਹਨੂੰ ਆਰਾਧੇਗਾ, ਜੇ ਉਹਨੂੰ ਸਿਮਰੇਗਾ। ਸੋ ਬਾਲ ਵਿਨੋਦ ਚਿੰਦ ਰਸ ਲਾਗਾ, ਖਿੰਡ ਖਿੰਡ ਮੋਹ ਵਿਆਪੈ। ਰਸ ਮਿਦ ਮੇਦ ਅੰਮ੍ਰਿਤ ਬਿਕ ਚਾਕੀ ਤਾਂ ਪੰਚ ਪ੍ਰਗਟ ਸੰਤਾਪੇ। ਇਸ ਤਰ੍ਹਾਂ ਇਹ ਕਾਫੀ ਲੰਬਾ ਸ਼ਬਦ ਹੈ। ਥਾਕਾ ਤੇ ਜੂਡੀਆ ਮਨ ਪੰਖੀ ਘਰ ਆਂਗਨ ਨਾ ਸੁਖਾਈ। ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਕਹਿੰਦੇ ਮਰਨ ਤੋਂ ਮੁਕਤੀ ਕਿੰਨੇ ਪਾਈ ਆ, ਜਿਉਂਦਿਆਂ ਜੀਵ ਮੁਕਤ ਹੋਣਾ ਹੈ। ਜੋ ਗੁਰਮਤਿ ਦਾ ਸਿਧਾਂਤ ਹੈ ਕਿ ਜਿਉਂਦਿਆਂ ਮੁਕਤੀ, ਜੀਵਨ ਮੁਕਤ ਹੋਣਾ ਹੈ ਆਪਾਂ। ਇਹ ਗੱਲ ਇਹਨਾਂ ਦੀ ਬਾਣੀ ਚੋਂ ਪ੍ਰਤੱਖ ਦਿਖਦੀ ਆ ਕਿ ਮਰਨ ਤੋਂ ਬਾਅਦ ਮੁਕਤੀ ਕਿੰਨੇ ਪਾਈ ਆ, ਜਿਉਂਦਿਆਂ ਜੀ ਭਗਤ ਕਰਕੇ ਮੁਕਤੀ ਮਨੁੱਖ ਪ੍ਰਾਪਤ ਕਰ ਸਕਦਾ ਜੇ ਗੁਰੂ ਦੀ ਸ਼ਰਨ ਦੇ ਵਿੱਚ ਜਾਵੇ। ਅਗਲਾ ਸ਼ਬਦ ਹੈ ਰਾਮਕਲੀ ਰਾਗ ਦੇ ਵਿੱਚ। ਇਹਦੇ ਵਿੱਚ ਜੋਗ ਮਾਤੇ ਗੱਲਾਂ ਵੀ ਕੀਤੀਆਂ। रामकली बाणी बेणी जियो की एक ओंकार सतगुर प्रसाद। ईड़ा पिंगला और सुखमना तीन वसे एक ठाई। ये तीन नाड़ियां हैं, ईड़ा पिंगला सुखमना, जिन्हां नूं जोग मत दे नाल जिहड़ा आ ਉਹਨੂੰ ਸੋਧ ਕੇ ਤੇ ਪਰਮੇਸ਼ਰ ਜਿਹੜਾ ਦਸਵਾਂ ਦਵਾਰ ਖੋਲ੍ਹਦੇ ਆ ਜੋਗੀ, ਉਹਦੀ ਗੱਲ ਕੀਤੀ ਆ। बेणी संगम ते परागमन मज्जन करे तथाई। संतो तहां निरंजन राम है। गुरगन चीनै बिरला कोय तहां निरंजन रमैया होए। उस जगह के उत्ते संतो तहां निरंजन राम है। परमेश्वर जिहड़ा है वो वसदा है हिरदे दे विच। जिथे गुर गम चीने बिरला कोई, उतों हिरदे चों जिहड़ा है कोई बिरला ही परमेश्वर लभ सकदा है। तहां निरंजन रमैया होए, उत्ते ही निरंजन परमेश्वर जिहड़ा वो बैठा होया। देव सुथाने क्या निशानी तै बाजे शब्द अनाहत बानी। तै चांदन सूरज पौन न पानी, साखी जागी गुरमुख जानी। उपजय ज्ञान दुर्मत छीजै, अमृत रस गगनंतर भीजै। इस कला जो जाने पियो तिसै तास परम गुरुदेव। दसम द्वारा अगम पारा परम पुरख की घाटी। उपर हाट हाट पर आला आले भीतर खाती। सो ये इन्हों ने दसम द्वार की गल की आ। जागत रहे सो कबू न सोवे, तीन लोग समाध पलोवै। बीज मंत्र ला हृदय रहे, मनुआ उल्ट सुन में गह। जागत रहे ना अलिया भाखै, पांचों इंद्री बस कर राखै। गुर की साखी राखै चीत, मन तन अपै कृष्ण प्रीत। कर पल्लव साखा विचारे, अपना जन्म न जुए हारे। असुर नदी का बंधै मूल, पश्चिम फेर चढ़ावे सूर। अजर जरे सो निझर झरै, जगन्नाथ स्यों गोष्ठ करे। सो इस तरह चौमुख दीवा जोत द्वार, पल्लू अनंत मूल विचकार। सर्ब कला ले आपे रहे, मन मानिक रत्ना में गुहै। मस्तक पद्म दुआले मणि, माही निरंजन त्रिभवन तनी। पंच शब्द निर्माइल बाजै, ढुलके चवर संग कण गाजै। दल मल दैतों गुरमुख ज्ञान, बेणी जाचै तेरा नाम। सो नाम सब तो वड्डा है। गल कीती है भगत जी ने कि जो भी मनुख अपने दसम द्वार की खोज करनी चाहता, वो अपने मन में जिहड़ा है गुरु के द्वारे ते सुट देवे, गुरु के अगे अर्पण कर देवे, तो उन्होंने दसम द्वारे की प्राप्ति, भाव परमेश्वर की प्राप्ति हो सकती है। सो उन्हों का आखिरी शब्द है भगत बेणी जी का तीसरा शब्द। ये प्रभाती राग के दर्ज है। तन चंदन मस्तक पाती, रिद अंतर कर तल काती। ये सीधा ही चोट मारी है पखंडवाद नूं कि मनुख तन के उत्ते चंदन लाउंदा है। तन चंदन मस्तक पाती, एक रिद अंतर कर तल काती। रिद जिहड़ा हिरदा जिहड़ा वो काती भाव विकार भरे हुए आ, पखंड भरिया होया। ठग दिष्ट बग्गा लिव लागा, देख बैसनो प्राण मुख भागा। कल भगवत बंद चिरामं,
क्रूर दिष्ट रता निस बादंग रहाओ, नित प्रत स्नान शरीरं, दो धोती कर्म मुख खीरन, हृदय शुरी संध्यानी, पर दर्भ हिरण की बानी, सिल पूजस सकल गणेशन, निस जागस भगत प्रवेशन, पग नाचस चित अकर्मं, ए लंपट नाच अधर्मं, मृग आसन तुलसी माला, कर उज्जल तिलक कपाला, हृदय कूड़ कंठ रुद्राखं, ए लंपट कृष्ण अपाखं, जिन आत्म तत्त न चीनिया, सा फोकट धर्म अबीनिया, तो बेड़ी गुरमुख ਧਿਆਵੈ, बिन सतगुर बाट ना पावै। सो ये सारिया गल्लां कीतियां जो पखंड करते सन लोग, नित प्रत इशनान सरीरिक दो धोतियां रखते सन, मुख तो झूठ बोलते सन ते हृदय छुरी संध्यानी, हृदय दे विच छुरी रखते सी, लोकां नाल बहसां करते सी, ते सिल पूजस सकल गणेश, सिल्लां नूं पूजते सी, पत्थरां नूं पूजन वाले सन लोग, ऐसे लोग हुण भी मिल जाते हैं। निस जागस भगत प्रवेशन, जाग के परमेश्वर की भगती जिहड़ी है ਉਹਦੇ ਵਿੱਚ ਜਾਂਦੇ ਸਨ, ਪਰਮੇਸ਼ਰ ਦੀ ਭਗਤੀ ਕਰਦੇ, ਪਗ ਨਾਸ ਚੇਤਾ ਕਰਮ, ਨੱਚਦੇ ਵੀ ਸਨ ਪੈਰਾਂ ਦੇ ਨਾਲ। ਤੇ ਇਸ ਤਰ੍ਹਾਂ ਸਾਰੇ ਜਿੰਨੇ ਵੀ ਉਸ ਸਮੇਂ ਦੇ ਜਿਹੜੇ ਧਰਮ ਦੇ ਲੋਕ ਸਨ ਉਹਨਾਂ ਦੇ ਉੱਤੇ ਸਿੱਧੀ ਚੋਟ ਮਾਰੀ ਆ ਭਗਤ ਬੇਣੀ ਜੀ ਨੇ, ਤੇ ਅਖੀਰ ਤੇ ਗੱਲ ਕਹੀ ਆ ਕਿ ਜਿਨ ਆਤਮ ਤੱਤ ਨਾ ਚੀਨਿਆ, ਜਿਸਨੇ ਪਰਮੇਸ਼ਰ ਨੂੰ ਨਹੀਂ ਚੀਨਿਆ, ਆਤਮ ਤੱਤ ਨੂੰ ਨਹੀਂ ਚੀਨਿਆ, ਨਹੀਂ ਜਾਣਿਆ, ਸਾ ਫੋਗਟ ਧਰਮ ਬੀਨਿਆ, ਉਹਨਾਂ ਦੇ ਵਾਸਤੇ ਆ ਉੱਪਰਲੇ ਜਿੰਨੇ ਵੀ ਕਰਮ ਦੱਸੇ ਹਨ ਫੋਗਟ ਹਨ, ਇਹ ਕਿਸੇ ਵੀ ਕੰਮ ਨਹੀਂ ਪੈਂਦੇ। ਕਹੋ ਬੇਣੀ ਗੁਰਮੁਖ ਧਿਆਵੈ, ਕਹਿੰਦੇ ਆ ਕਿ ਮੈਂ ਬੇਣੀ ਨੇ ਗੁਰਮੁਖ ਹੋ ਕਰਕੇ ਪਰਮੇਸ਼ਰ ਨੂੰ ਧਿਆਇਆ ਹੈ, ਗੁਰੂ ਵੱਲ ਮੁਖ ਕਰਕੇ ਪਰਮੇਸ਼ਰ ਨੂੰ ਧਿਆਇਆ ਹੈ, ਬਿਨ ਸਤਿਗੁਰ ਬਾਟ ਨਾ ਪਾਵੇ। ਬਿਨਾਂ ਸਤਿਗੁਰੂ ਤੋਂ ਮਨੁੱਖ ਰਸਤਾ ਨਹੀਂ ਪਾ ਸਕਦਾ। ਬਾਟ ਦਾ ਅਰਥ ਰਸਤਾ, ਗੁਰੂ ਤੋਂ ਬਿਨਾਂ ਮਨੁੱਖ ਨੂੰ ਰਸਤਾ ਪ੍ਰਾਪਤ ਨਹੀਂ ਹੁੰਦਾ। ਸੋ ਇਸ ਤਰ੍ਹਾਂ ਇਹਨਾਂ ਤਿੰਨਾਂ ਸ਼ਬਦਾਂ ਦੇ ਅੰਦਰ ਜਿੱਥੇ ਭਗਤ ਬੇਣੀ ਜੀ ਨੇ ਗੱਲ ਕੀਤੀ ਹੈ ਕਿ ਭਾਈ ਤੇਰੇ ਜੀਵਨ ਦਾ ਮਨੋਰਥ ਕੀ ਹੈ, ਜੇ ਤੂੰ ਪਰਮੇਸ਼ਰ ਨੂੰ ਪਾਉਣਾ ਚਾਹਣਾ ਤੇ ਆਪਣੇ ਗੁਰੂ ਦੇ ਅੱਗੇ ਗੁਰਮੁਖ ਹੋ ਜਾ ਤੇ ਗੁਰੂ ਨੂੰ ਆਪਣਾ ਆਪਾ ਸਮਰਪਣ ਕਰ ਦੇ, ਤੇ ਤੈਨੂੰ ਦਸਮ ਦੁਆਰੇ ਦੀ ਵੀ ਪ੍ਰਾਪਤੀ ਹੋ ਜਾਵੇਗੀ ਤੇ ਤੈਨੂੰ ਹਰ ਚੀਜ਼ ਪ੍ਰਾਪਤ ਹੋ ਜਾਏਗੀ। ਤੈਨੂੰ ਵਿਸ਼ੇਸ਼ ਤੌਰ ਦੇ ਉੱਤੇ ਕਰਮ ਕਾਂਡ ਕਰਨ ਦੀ ਜਿਹੜੀ ਆ ਉਹ ਲੋੜ ਨਹੀਂ ਹੈ। ਸੋ ਇਹ ਤਿੰਨ ਸ਼ਬਦ ਭਗਤ ਬੇਣੀ ਜੀ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਸੋ ਇੱਥੇ ਹੀ ਆਪਾਂ ਸਾਧ ਸੰਗਤ ਸਮਾਪਤੀ ਕਰਦੇ ਹਾਂ। ਅਗਲੇ ਜਿਹੜੇ ਭਗਤ ਹਨ ਉਹ ਭਗਤ ਸ਼ੇਖ ਫਰੀਦ ਜੀ ਦੇ ਬਾਰੇ ਆਪਾਂ ਜਿਹੜੀ ਗੱਲ ਕਰਨੀ ਆ। ਤੇ ਸ਼ੇਖ ਫਰੀਦ ਜੀ ਹੀ ਬਾਬਾ ਫਰੀਦ ਜੀ ਜਿਹਨਾਂ ਨੂੰ ਸ਼ੱਕਰਗੰਜ ਦੇ ਨਾਲ ਪ੍ਰਸਿੱਧ ਨੇ। ਕਾਫੀ ਬੜਾ ਉਹਨਾਂ ਦਾ ਜਿਹੜਾ ਜੀਵਨ ਹੈ, ਉਹਨਾਂ ਦਾ ਜਿਹੜਾ ਜੀਵਨ ਹੈ ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਕਿਉਂਕਿ ਕਾਫੀ ਵਡੇਰਾ ਉਹਨਾਂ ਦਾ ਜੀਵਨ ਹੈ, ਕਾਫੀ ਵੱਡੀਆਂ ਸਾਖੀਆਂ ਇਹਨਾਂ ਦੇ ਜੀਵਨ ਦੇ ਨਾਲ ਪ੍ਰਚਲਿਤ ਹਨ। ਕਿਵੇਂ ਦਾ ਜੀਵਨ ਹੈ, ਕਿਵੇਂ ਕਿਵੇਂ ਇਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ, ਇਹ ਦੂਸਰਿਆਂ ਭਗਤਾਂ ਨਾਲੋਂ ਇਹਨਾਂ ਦੀ ਬਾਣੀ ਭਾਵੇਂ ਵਧੇਰੇ ਆ, ਫਿਰ ਇਹਨਾਂ ਦਾ ਨਾਮ ਅਖੀਰ ਤੇ ਕਿਉਂ ਆਇਆ, ਤੇ ਇਸ ਕਰਕੇ ਆਪਾਂ ਥੋੜਾ ਜਿਹਾ ਇੱਥੇ ਵਿਚਾਰ ਕਰਨੀ ਆ। ਤੇ ਕਿਵੇਂ ਇਹਨਾਂ ਦਾ ਜੀਵਨ ਸੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਕੀ ਸਾਖੀਆਂ ਹਨ ਇਹਨਾਂ ਦੇ ਜੀਵਨ ਦੀਆਂ, ਕਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਭਗਤ ਬਾਬਾ ਸ਼ੇਖ ਫਰੀਦ ਜੀ ਬਾਰੇ ਕੱਲ੍ਹ ਨੂੰ ਵਿਚਾਰ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਜੇ ਆਪ ਜੀ ਨੇ ਕੁਝ ਪੁੱਛਣਾ ਹੈ, ਕੋਈ ਸੁਝਾਅ ਦੇਣਾ ਹੈ, ਤੇ ਆਪ ਮਾਈਕ ਆਨ ਕਰਕੇ ਦੇ ਸਕਦੇ ਹੋ। ਉਪਰੰਤ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜਿਹੜੇ ਜੁੜਦੇ ਰਹਿਣਾ। ਸ਼ਾਮ ਦੀ ਕਲਾਸ ਦੇ ਵਿੱਚ ਸੁਖਨੀ ਸਾਹਿਬ ਦੀ ਸੰਥਿਆ ਹੋ ਰਹੀ ਹੈ। ਦਿਨ ਵੇਲੇ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਜਿਹੜੀ ਆ ਸਾਂਝੀ ਕਰ ਰਹੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।